ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੇ 3 ਮਹਾਨ ਹਸਤੀਆਂ ਦਾ ਦਿਹਾੜਾ ਮਨਾਇਆ। ਇੱਕ ਭਗਤ ਕਬੀਰ ਜੀ, ਦੂਸਰੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਤੀਸਰੇ ਬਾਬਾ ਬੰਦਾ ਬਹਾਦਰ ਜੀ ਮਹਾਰਾਜ। ਅੱਜ ਆਪਾਂ ਭਗਤ ਕਬੀਰ ਜੀ ਦੇ ਜੀਵਨ ਅਤੇ ਬਾਣੀ 'ਤੇ ਵਿਚਾਰ ਕਰਾਂਗੇ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ 1469 ਈਸਵੀ 'ਚ। ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਤੋਂ 71 ਸਾਲ ਪਹਿਲਾਂ 1398 ਈਸਵੀ 'ਚ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਬਨਾਰਸ ਸ਼ਹਿਰ ਦੇ ਵਿੱਚ ਪਿਤਾ ਨੀਰੂ ਅਤੇ ਮਾਤਾ ਨੀਮਾ, ਜੋ ਕਿ ਜਾਤ ਦੇ ਜੁਲਾਹੇ ਸਨ, ਉਹਨਾਂ ਦੇ ਘਰ ਕਬੀਰ ਸਾਹਿਬ ਦਾ ਪ੍ਰਕਾਸ਼ ਹੋਇਆ, ਭਾਵ ਜਨਮ ਹੋਇਆ। ਕਬੀਰ ਸਾਹਿਬ ਦੇ ਮਾਤਾ ਪਿਤਾ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਬਹੁਤ ਜ਼ੋਰ ਸੀ ਹਿੰਦੁਸਤਾਨ, ਜ਼ੁਲਮ ਵੀ ਹੁੰਦੇ ਸਨ। ਕਈ ਲੋਕ ਫਿਰ ਡਰਦੇ ਹੋਏ ਧਰਮ ਬਦਲ ਲੈਂਦੇ ਸਨ, ਕਈ ਲਾਲਚ 'ਚ ਆ ਕੇ ਬਦਲ ਲੈਂਦੇ ਸਨ, ਕਈ ਵੈਸੇ ਦੇਖੋ ਦੇਖੀ ਬਦਲ ਲੈਂਦੇ ਸਨ। ਇਸ ਲਈ ਕਬੀਰ ਸਾਹਿਬ ਦੇ ਮਾਤਾ ਪਿਤਾ ਵੀ ਮੁਸਲਮਾਨ ਬਣ ਗਏ ਸਨ। ਕਬੀਰ ਸਾਹਿਬ, ਕਿਉਂਕਿ ਜਿਨ੍ਹਾਂ ਨੇ ਮਹਾਨ ਵਿਅਕਤੀ ਬਣਨਾ ਹੁੰਦਾ ਹੈ, ਹਿੰਦੀ ਦੀ ਕਹਾਵਤ ਹੈ, ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ। ਬਿਰਵਾ ਹਿੰਦੀ ਦਰਖਤ ਨੂੰ ਕਹਿੰਦੇ ਨੇ। ਜਿਨ੍ਹਾਂ ਦਰਖਤਾਂ ਨੇ, ਬਿਰਵਾਨ ਬਹੁਵਚਨ ਹੈ ਬਿਰਵਾ ਦਾ, ਜਿਨ੍ਹਾਂ ਦਰਖਤਾਂ ਨੇ ਵੱਡੇ ਹੋ ਕੇ ਬਹੁਤ ਵਧੀਆ ਦਰਖਤ ਬਣਨਾ ਹੁੰਦਾ, ਉਹਨਾਂ ਦੇ ਪੱਤੇ ਚੀਕਨੇ ਹੁੰਦੇ ਨੇ, ਖੁਰਦਰੇ ਨਹੀਂ ਹੁੰਦੇ। ਇਸ ਲਈ ਉਹ ਵਿਅਕਤੀ ਜਿਨ੍ਹਾਂ ਨੇ ਵੱਡੇ ਹੋ ਕੇ ਸੰਤ ਮਹਾਤਮਾ ਭਗਤ ਗੁਰੂ ਬਣਨਾ, ਉਹ ਛੋਟੀ ਉਮਰ ਤੋਂ ਹੀ ਭਜਨ ਬੰਦਗੀ ਕਰਨ ਵਾਲੇ ਹੁੰਦੇ ਹਨ, ਕਿਉਂਕਿ ਪਿਛਲੇ ਕਈ ਜਨਮਾਂ ਦੀ ਉਹਨਾਂ ਦੀ ਕਮਾਈ ਹੁੰਦੀ ਹੈ, ਤਾਂ ਜਾ ਕੇ ਕਿਤੇ ਛੋਟੀ ਉਮਰ 'ਚ ਭਜਨ ਬੰਦਗੀ ਕਰਨ ਨੂੰ ਜੀ ਕਰਦਾ ਹੈ। ਸੋ ਆਪ ਜੀ ਛੋਟੀ ਉਮਰ ਤੋਂ ਹੀ ਭਜਨ ਬੰਦਗੀ ਕਰਦੇ ਸਨ। ਇੱਕ ਵਾਰੀ ਆਪ ਜੀ ਦੇ ਗੁਆਂਢ ਦੇ ਵਿੱਚ ਜੋਤਸ਼ੀ ਆ ਗਿਆ ਹੈ। ਜੋਤਸ਼ੀ ਨੇ ਭਗਤ ਕਬੀਰ ਜੀ ਦੇ ਪਿਤਾ ਨੂੰ ਕਿਹਾ, ਕਬੀਰ ਸਾਹਿਬ ਨੂੰ ਵੇਖ ਕੇ, ਕਿ ਤੁਹਾਡਾ ਲੜਕਾ ਵੱਡਾ ਹੋ ਕੇ ਬਹੁਤ ਵੱਡਾ ਭਗਤ ਬਣੇਗਾ। ਧਿਆਨ ਦੇਣਾ, ਸਾਡੀਆਂ ਜੋ ਰੇਖਾਵਾਂ ਹੁੰਦੀਆਂ, ਸਾਡੇ ਹੱਥਾਂ 'ਤੇ ਵੀ ਲਿਖੀਆਂ ਹੁੰਦੀਆਂ ਰੇਖਾਵਾਂ, ਸਾਡੇ ਮੱਥੇ 'ਤੇ ਵੀ ਹੁੰਦੀਆਂ, ਸਾਡੇ ਪੈਰਾਂ 'ਚ ਵੀ ਹੁੰਦੀਆਂ। ਕਈ ਜੋਤਸ਼ੀ ਹੱਥ ਦੀਆਂ ਰੇਖਾਵਾਂ ਵੇਖ ਕੇ ਜੋਤਿਸ਼ ਲਾਉਂਦੇ ਨੇ, ਕਈ ਪੈਰ ਦੀਆਂ ਰੇਖਾਵਾਂ ਵੇਖ ਕੇ ਤੁਹਾਨੂੰ ਦੱਸਦੇ ਨੇ, ਕਈ ਜਿਹੜੇ ਨੇ ਮੱਥੇ ਦੀਆਂ ਰੇਖਾਵਾਂ ਪੜ੍ਹਦੇ ਨੇ। ਜਿਹੜੇ ਫੇਸ ਰੀਡਰ ਹੁੰਦੇ ਨੇ, ਉਹ ਤੁਸੀਂ ਉਹਨਾਂ ਦੇ ਸਾਹਮਣੇ ਬੈਠ ਜਾਓ, ਉਹ ਤੁਹਾਡੇ ਮੱਥੇ ਤੋਂ ਪੜ੍ਹ ਕੇ ਤੁਹਾਨੂੰ ਦੱਸੀ ਜਾਣਗੇ, ਤੁਸੀਂ ਆਹ ਬਣੋਗੇ, ਆਹ ਹੋਏਗਾ, ਆਹ ਹੋਏਗਾ। ਕਿਉਂਕਿ ਹਰ ਇਨਸਾਨ ਦੀ ਜਦੋਂ ਉਹਨੇ ਜਨਮ ਲਿਆ, ਉਹਦੀ ਕਿਸਮਤ ਲਿਖ ਦਿੱਤੀ ਗਈ। ਜੋਤਿਸ਼ ਵਿੱਦਿਆ ਦਾ ਕੰਮ ਹੈ ਉਸ ਕਿਸਮਤ ਨੂੰ ਪੜ੍ਹ ਕੇ ਦੂਜਿਆਂ ਨੂੰ ਦੱਸਣਾ। ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ, ਉਹ ਵੈਸੇ ਹੀ ਵੇਖ ਕੇ ਦੱਸ ਦਿੰਦੇ ਨੇ ਵੀ ਆਹ ਕੁਛ ਬਣੇਗਾ। ਸੋ ਜੋਤਸ਼ੀ ਨੇ ਆਪਣਾ ਜੋਤਿਸ਼ ਲਾਇਆ ਹੈ ਅਤੇ ਕਿਹਾ ਕਿ ਤੁਹਾਡਾ ਲੜਕਾ ਵੱਡਾ ਹੋ ਕੇ ਭਗਤ ਬਣੇਗਾ। ਅਜੇ 7 ਕੁ ਸਾਲਾਂ ਦੇ ਸਨ ਕਬੀਰ ਸਾਹਿਬ। ਬਾਜ਼ਾਰ 'ਚ ਜਾ ਰਹੇ ਨੇ, ਅੱਗੋਂ ਇੱਕ ਅੰਨੀ ਮਾਈ ਵਿੱਚ ਆ ਵੱਜੀ ਕਬੀਰ ਸਾਹਿਬ ਦੇ। ਕਬੀਰ ਸਾਹਿਬ ਨੇ ਸਹਿਜ ਸੁਭਾ ਕਿਹਾ, ਮਾਤਾ ਜੀ ਤੁਹਾਨੂੰ ਚੰਗਾ ਭਲਾ ਦਿਸਦਾ ਹੈ, ਤੁਸੀਂ ਫਿਰ ਵੀ ਮੇਰੇ ਵਿੱਚ ਵੱਜੇ ਆ ਕੇ। ਇੰਨਾ ਕਹਿੰਦੇ ਸਾਰ ਉਸ ਮਾਤਾ ਨੂੰ ਦਿਸਣ ਲੱਗ ਗਏ। ਆਲੇ ਦੁਆਲੇ ਦੂਰ ਦੂਰ ਚਰਚਾ ਹੋ ਗਈ ਹੈ
ਕਿ ਬੱਚਾ ਦੇ ਕੋਈ ਕਰਾਮਾਤੀ ਹੈ। ਇਹਨੇ ਸਿਰਫ ਇੰਨੇ ਹੀ ਕਿਹਾ ਕਿ ਮਾਤਾ ਜੀ ਤੁਹਾਨੂੰ ਦਿਸਦਾ ਹੈ, ਅਤੇ ਮਾਤਾ ਦਿਸਣ ਲੱਗ ਪਿਆ। ਸੋ ਕਈ ਵਾਰੀ ਜੰਮਦੇ ਸਾਰ ਹੀ ਸਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਕਿਉਂਕਿ ਮਗਰਲੀ ਕਮਾਈ ਬਹੁਤ ਹੁੰਦੀ ਹੈ। ਬਸ ਥੋੜ੍ਹੀ ਜਿਹੜੀ ਕਸਰ ਰਹਿੰਦੀ ਹੁੰਦੀ ਆ ਉਹ ਇਸ ਜਨਮ 'ਚ ਨਿਕਲ ਜਾਂਦੀ ਹੈ। 8 ਸਾਲ ਦੀ ਉਮਰ ਹੋਈ ਹੈ। ਮੁਸਲਮਾਨ ਪਰਿਵਾਰ 'ਚ ਹੋਣ ਕਰਕੇ ਪਿਤਾ ਮੌਲਵੀ ਨੂੰ ਲੈ ਆਇਆ ਕਿ ਬੱਚੇ ਦੀ ਸੁੰਨਤ ਕਰਨੀ। ਮੁਸਲਮਾਨਾਂ ਦੇ ਵਿੱਚ ਜਦੋਂ ਸੁੰਨਤ ਹੁੰਦੀ ਹੈ ਫਿਰ ਅਸਲ ਉਸ ਨੂੰ ਮੁਸਲਮਾਨ ਮੰਨਦੇ ਨੇ। ਜਿਵੇਂ ਖਾਲਸਾ ਸਿੱਖ ਧਰਮ 'ਚ ਕਿਹਨੂੰ ਮੰਨਦੇ ਨੇ? ਜਿਹੜਾ ਅੰਮ੍ਰਿਤਧਾਰੀ ਹੋ ਜਾਏ। ਮੌਲਵੀ ਆ ਗਿਆ ਹੈ, ਕਬੀਰ ਸਾਹਿਬ ਸਾਹਮਣੇ ਖੜ੍ਹੇ ਨੇ, ਕਹਿੰਦੇ ਕਾਕਾ ਤੇਰੀ ਸੁੰਨਤ ਕਰਨੀ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਸੁੰਨਤ ਕਰਾਉਣੀ। ਮੌਲਵੀ ਚੜ੍ਹਿਆ ਗੁੱਸਾ, ਵੀ ਕਮਾਲ ਹੈ, ਬੱਚਾ ਕਹਿੰਦਾ ਮੈਂ ਨਹੀਂ ਸੁੰਨਤ ਕਰਾਉਣੀ। ਮੌਲਵੀ ਮਾਰਿਆ ਥੱਪੜ, ਉਹ ਜੇ ਹੱਥ ਕੀਤਾ ਉਹ ਕਬੀਰ ਸਾਹਿਬ ਨੂੰ ਵੱਜੇ ਨਹੀਂ, ਹੱਥ ਖਾਲੀ ਲੰਘ ਗਿਆ। ਮੌਲਵੀ ਨੇ ਦੂਜੀ ਵਾਰੀ ਥੱਪੜ ਮਾਰਿਆ, ਉਹ ਖਾਲੀ ਹੱਥ ਲੰਘ ਗਿਆ। ਮੌਲਵੀ ਡਰ ਗਿਆ ਵੀ ਆਹ ਕੀ। ਉਹਨੇ ਆਪਣੀ ਟਿੰਡ ਫੋੜੀ ਚੱਕੀ, ਘਰ ਨੂੰ ਤੁਰ ਗਿਆ। ਇਸ ਲਈ ਕਬੀਰ ਸਾਹਿਬ ਨੇ ਫਿਰ ਕੋਈ ਜਿਹੜਾ ਹੈ ਸੁੰਨਤ ਨਹੀਂ ਕਰਾਈ ਸਾਰੀ ਉਮਰ 'ਚ। ਉਹ ਕਹਿੰਦੇ ਸੀ ਭਜਨ ਬੰਦਗੀ ਕਰਨੀ ਚਾਹੀਦੀ ਹੈ। ਕਿਸੇ ਸਾਧੂ ਨੇ ਕਬੀਰ ਸਾਹਿਬ ਨੂੰ ਕਿਹਾ ਕਾਕਾ ਤੂੰ ਭਜਨ ਬੰਦਗੀ ਕਰਦਾ ਹੈ, ਪਰ ਜਿੰਨਾ ਚਿਰ ਤੂੰ ਗੁਰੂ ਵਾਲਾ ਨਹੀਂ ਬਣਦਾ ਤੇਰੀ ਭਜਨ ਬੰਦਗੀ ਨੂੰ ਫਲ ਨਹੀਂ ਲੱਗਣਾ ਹੈਗਾ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਇਸ ਲਈ ਤੂੰ ਗੁਰੂ ਵਾਲਾ ਹੋ ਜਾ। ਇਹ ਸਾਰੇ ਧਰਮਾਂ 'ਚ ਹੈ, ਸਾਰੇ ਧਰਮਾਂ ਦੇ ਵਿੱਚ ਹੀ ਹੈ ਕਿ ਜਿਸ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹਨੂੰ ਗੁਰੂ ਵਾਲੇ ਹੋਣਾ ਜ਼ਰੂਰੀ ਹੈ। ਹਾਂ, ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਨੀ, ਜਿਵੇਂ ਕੋਈ ਸਿੱਖ ਮੰਨ ਲਓ, ਉਹਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਨੀ, ਉਹਦਾ ਕੋਈ ਉਦੇਸ਼ ਨਹੀਂ ਹੈ। ਹੁਣ ਤਾਂ ਆਪਣੇ ਸੰਸਾਰਕ ਕੰਮ ਕਰਾਉਣੇ ਨੇ। ਠੀਕ ਹੈ, ਬਾਣੀ ਪੜ੍ਹੋ, ਬਾਣੀ ਪੜ੍ਹੀ ਜਾਓ, ਤੁਹਾਡੇ ਕੰਮ ਜਿਹੜੇ ਹੁੰਦੇ ਰਹਿਣਗੇ। ਪਰ ਜਦੋਂ ਤੁਹਾਡਾ ਮਨ ਕਰੇ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨਾ, ਫਿਰ ਸਿੱਖ ਨੂੰ ਅੰਮ੍ਰਿਤ ਛਕਣਾ ਪਏਗਾ। ਕਿਉਂ? ਅੰਮ੍ਰਿਤ ਛਕੇਗਾ, ਭਜਨ ਬੰਦਗੀ ਕਰੇਗਾ, ਫਿਰ ਗੁਰਪ੍ਰਸਾਦ ਹੋਏਗਾ, ਫਿਰ ਉਸ ਨੂੰ ਜਾ ਕੇ ਇੱਕ ਓਂਕਾਰ ਦੀ ਪ੍ਰਾਪਤੀ ਹੋਵੇਗੀ। ਹੁਣ ਸਾਧੂ ਨੇ ਤਾਂ ਕਹਿਤਾ ਵੀ ਗੁਰੂ ਧਾਰਨ ਕਰੋ, ਅਤੇ ਉਦੋਂ ਗੁਰੂ ਸਾਰੇ ਬ੍ਰਾਹਮਣ ਹੁੰਦੇ ਸਨ, ਅਤੇ ਉਦੋਂ ਜਾਤ ਪਾਤ ਦਾ ਬਹੁਤ ਜ਼ਿਆਦਾ ਅਸਰ ਸੀ। ਇਹ ਬ੍ਰਾਹਮਣ ਲੋਕ ਸ਼ੂਦਰਾਂ ਨੂੰ ਗੁਰਮੰਤਰ ਨਹੀਂ ਸੀ ਦਿਆ ਕਰਦੇ। ਕਬੀਰ ਸਾਹਿਬ ਨੇ ਸੋਚਿਆ ਵੀ ਕੀ ਕੀਤਾ ਜਾਵੇ। ਸੋਚ ਕੇ ਉਹਨਾਂ ਨੂੰ ਖਿਆਲ ਆਇਆ ਵੀ ਰਾਮਾਨੰਦ ਜੀ ਇੰਨੇ ਵਜੇ ਗੰਗਾ ਇਸ਼ਨਾਨ ਕਰਨ ਜਾਂਦੇ ਹਨ। ਕਬੀਰ ਸਾਹਿਬ ਵੀ ਉੱਥੇ ਪਹੁੰਚ ਗਏ ਨੇ, ਦੇਖਿਆ ਵੀ ਰਾਮਾਨੰਦ ਜੀ ਇਸ ਰਾਹ ਤੋਂ ਅੰਦਰ ਗਏ ਨੇ, ਵੀ ਇਸੇ ਰਾਹ ਹੀ ਵਾਪਸ ਆਉਣਗੇ। ਜਿਹੜੀ ਗੰਗਾ ਦੀਆਂ ਪੌੜੀਆਂ ਸਨ, ਕਬੀਰ ਸਾਹਿਬ ਉਸ ਪੌੜੀ 'ਤੇ ਲੇਟ ਗਏ। ਅਜੇ ਮੂੰਹ ਹਨੇਰਾ ਸੀ। ਜਦੋਂ ਰਾਮਾਨੰਦ ਜੀ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ, ਉਹਨਾਂ ਦਾ ਪੈਰ ਕਬੀਰ ਸਾਹਿਬ ਨੂੰ ਲੱਗਾ। ਉਹਨਾਂ ਸੋਚਿਆ ਕੋਈ ਬੰਦਾ ਸੁੱਤਾ ਪਿਆ। ਉਹ ਕਹਿੰਦੇ ਅਰੇ ਰਾਮ ਕੇ ਉੱਠ, ਰਾਮ ਕਹੋ। ਬਸ ਜਦੋਂ ਕਹਿਤਾ ਕਬੀਰ ਸਾਹਿਬ ਕੇ ਆਪਾਂ ਨੂੰ ਮੂਲ ਗੁਰਮੰਤਰ ਮਿਲ ਗਿਆ। ਉਹਨਾਂ ਨੇ ਫਿਰ ਰਾਮ ਰਾਮ ਕਰਨਾ ਸ਼ੁਰੂ ਕਰਤਾ, ਗੁਰੂ ਵਾਲੇ ਹੋ ਗਏ। ਕਬੀਰ ਸਾਹਿਬ ਦਾ ਖਾਨਦਾਨ ਜੁਲਾਹੇ ਦਾ ਕੰਮ ਕਰਦੇ, ਕੱਪੜਾ ਬੁਣਨ ਦਾ। ਐਂ ਕਬੀਰ ਸਾਹਿਬ ਇੱਕ ਵਾਰੀ ਕਾਫੀ ਸਾਰਾ ਕੱਪੜਾ ਬੁਣ ਕੇ ਲੈ ਕੇ ਜਾ ਰਹੇ ਬਾਜ਼ਾਰ ਨੂੰ, ਸਰਦੀਆਂ ਦਾ ਮੌਸਮ ਹੈ। ਅੱਗੋਂ ਇੱਕ ਬਹੁਤ ਗਰੀਬ ਜਿਹਾ ਮੰਗਤਾ ਜਿਹਦੇ ਅੱਧੋ ਰਾਣੇ ਕੱਪੜੇ ਪਾਏ ਹੋਏ ਸਨ, ਉਹ ਮਿਲ ਪਿਆ ਹੈ। ਠੰਡ ਨਾਲ ਕੰਬ ਰਿਹਾ ਹੈ। ਕਹਿ ਜੀ ਮੈਨੂੰ ਕੱਪੜਾ ਦੇ ਦਿਓ। ਕਬੀਰ ਸਾਹਿਬ ਕਹਿੰਦੇ ਤੈਨੂੰ ਕਿੰਨਾ ਚਾਹੀਦਾ? ਕਹਿ ਜੀ ਸਾਰਾ ਥਾਣ ਹੀ ਦੇ ਦਿਓ। ਕਬੀਰ ਸਾਹਿਬ ਨੇ ਉਹਨੂੰ ਸਾਰਾ ਕੱਪੜਾ ਦੇ ਦਿੱਤਾ। ਹੁਣ ਕਬੀਰ ਸਾਹਿਬ ਨੂੰ ਪਤਾ ਸੀ ਮੈਂ ਘਰ ਗਿਆ ਅਤੇ ਫਿਰ ਅੱਗੋਂ ਕੁਛ ਨਾ ਕੁਛ ਸ਼ਲੋਕ ਸੁਣਨੇ ਪੈਣੇ ਨੇ ਵੀ ਇੰਨੇ ਦਿਨ ਦੀ ਮਿਹਨਤ ਹੈ, ਤੂੰ ਇਹ ਮੰਗਤਿਆਂ ਨੂੰ ਦੇ ਆਇਆ, ਆਪਾਂ ਰੋਟੀ ਕਿੱਥੋਂ ਖਾਵਾਂਗੇ? ਗਰੀਬ ਬੰਦੇ ਨੂੰ ਕਈ ਕੁਝ ਸੋਚਣਾ ਪੈਂਦਾ।
ਕਬੀਰ ਸਾਹਿਬ ਨੇ ਕਿਹਾ ਵੀ ਜੇ ਮੈਂ ਹੁਣ ਘਰ ਗਿਆ ਐਵੇਂ ਝਗੜਾ ਹੋਏਗਾ, ਉਹ ਜਿਹੜਾ ਹੈ ਜੰਗਲ ਨੂੰ ਚਲੇ ਗਏ। ਉੱਥੇ ਜਾ ਕੇ ਬੈਠ ਕੇ ਆਪਣਾ ਭਜਨ ਬੰਦਗੀ ਕਰਨ ਲੱਗ ਗਏ। ਭਗਵਾਨ ਨੇ ਸੋਚਿਆ ਵੀ ਮੇਰਾ ਭਗਤ ਹੈ ਇਹ। ਭਗਵਾਨ ਨੇ ਕੀਤਾ, ਗੱਡਾ ਸਮਾਨ ਦਾ ਲੱਦਿਆ, ਬੈਲ ਜੋੜੇ ਅਤੇ ਸਾਰਾ ਘਰ ਦਾ ਸਮਾਨ ਕਬੀਰ ਸਾਹਿਬ ਦੇ ਘਰ ਲੈ ਗਏ। ਕਹਿ ਜੀ ਕਬੀਰ ਸਾਹਿਬ ਕਿੱਥੇ ਨੇ? ਕਹਿ ਜੀ ਉਹਦੇ ਕੱਪੜਾ ਵੇਚਣ ਗਏ ਸੀ। ਹਾਂ। ਭਗਵਾਨ ਕਹਿੰਦਾ ਉਹਨਾਂ ਦਾ ਕੱਪੜਾ ਅੱਜ ਬਹੁਤ ਮਹਿੰਗੇ ਭਾਅ ਵਿਕਿਆ ਹੈ। ਆਹ ਸਾਰਾ ਸੌਦਾ ਉਹਨਾਂ ਨੇ ਮੈਨੂੰ ਦੇ ਕੇ ਭੇਜਿਆ ਵੀ ਸਾਡੇ ਘਰ ਲਾਓ। ਬੋਲੋ ਕਿੱਥੇ ਲਾਉਣਾ ਹੈ? ਉਹ ਤਾਂ ਹੱਕੇ ਬੱਕੇ ਰਹਿ ਗਏ ਵੀ ਇੰਨਾ ਸੌਦਾ, ਵੀ ਇੰਨਾ ਮਹਿੰਗਾ ਵਿਕ ਗਿਆ। ਚਲੋ ਕਬੀਰ ਸਾਹਿਬ ਵੀ ਜਾਣੀ ਜਾਣ ਸਨ ਵੀ ਹਾਂ ਹੁਣ ਭਗਵਾਨ ਨੇ ਕਿਰਪਾ ਕਰਤੀ ਹੈ। ਅਗਲੇ ਦਿਨ ਕਬੀਰ ਸਾਹਿਬ ਵੀ ਆ ਗਏ। ਪਰਿਵਾਰ ਬੜਾ ਖੁਸ਼ ਹੈ। ਕਹਿੰਦੇ ਆਹ ਬੜਾ ਅੱਜ ਤਾਂ ਮਹਿੰਗਾ ਵਿਕਿਆ। ਹਾਂ ਕਹਿੰਦੇ ਕਿਰਪਾ ਹੋ ਗਈ। ਚੰਗਾ ਕੋਈ ਵਪਾਰੀ ਟੱਕਰ ਗਿਆ ਸੀ, ਉਹਨੇ ਮਹਿੰਗੇ ਪਾ ਲੈ ਲਿਆ। ਫਿਰ ਬ੍ਰਾਹਮਣ ਜਿਹੜੇ ਸਨ ਇਹ ਸ਼ੂਦਰਾਂ ਦੇ ਘਰ ਦਾ ਭੋਜਨ ਨਹੀਂ ਸਿਖਾਇਆ ਕਰਦੇ। ਇਹਨਾਂ ਨੇ ਕੀ ਕੀਤਾ ਵੀ ਕਬੀਰ ਕਬੀਰ ਹੋ ਗਏ ਸਾਰੇ ਨਗਰ ਦੇ ਵਿੱਚ, ਵੀ ਇਹਦਾ ਜਲੂਸ ਕੱਢੀਏ ਆਪਾਂ। ਪੰਡਤਾਂ ਨੇ ਕੁਝ ਨੇ ਸੋਚਿਆ, ਕਾਫੀ 40-50 ਪੰਡਤ ਰਲ ਗਏ। ਕਬੀਰ ਸਾਹਿਬ ਦੇ ਇਲਾਕੇ ਢੰਡੋਰਾ ਪਿੱਟਦਾ ਹੈ ਵੀ ਕਬੀਰ ਸਾਹਿਬ ਕੱਲ੍ਹ ਨੂੰ ਬਹੁਤ ਵੱਡਾ ਜਿਹੜਾ ਹੈ ਪ੍ਰੀਤੀ ਭੋਜਨ ਕਰਨ। ਸਾਰੇ ਪੰਡਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪ੍ਰੀਤੀ ਭੋਜਨ 'ਤੇ ਇੰਨੇ ਵਜੇ ਪਹੁੰਚੋ। ਜਿਵੇਂ ਸਕੀਮ ਘੜੀ ਸੀ। ਮਾਈ ਲੋਈ ਆ ਕੇ ਕਹਿੰਦੀ ਕਬੀਰ ਸਾਹਿਬ ਨੂੰ ਵੀ ਆਹ ਕੀ ਢੰਡੋਰਾ ਪਿੱਟਿਆ ਜਾ ਰਿਹਾ? ਕਹਿੰਦੇ ਕੋਈ ਨਹੀਂ, ਇਹਨਾਂ ਕਰ ਲੈਣ ਦੇ ਜੋ ਕਰਨਾ। ਅਗਲੇ ਦਿਨ 40-50 ਪੰਡਤ ਰਲ ਕੇ ਆ ਗਏ। ਕਬੀਰ ਸਿੰਘ ਕਹਿੰਦਾ ਆਓ ਜੀ ਧੰਨ ਭਾਗ ਤੁਸੀਂ ਨੇ ਘਰ ਚਰਨ ਪਾਏ ਨੇ, ਬੈਠੋ ਜੀ ਫਿਰ ਤੁਹਾਨੂੰ ਅੱਜ ਛਕਾਨੇ ਆ। ਪੰਗਤਾਂ ਬਣਾਤੀਆਂ। ਬੇਬੀ ਲੋਈ ਕਬੀਰ ਸਾਹਿਬ ਦੀ ਘਰ ਵਾਲੀ ਵੇਖਦੀ ਹੈ ਵੀ ਘਰ ਦੇ ਕੱਖ ਹੈ ਹੀ ਨਹੀਂ, ਵੀ ਇਹ ਤਾਂ ਇੰਨੇ ਬੰਦੇ ਆ ਬੈਠੇ, ਇਹਨਾਂ ਨੂੰ ਕੀ ਖਵਾਵਾਂਗੇ? ਉਹ ਕੰਨ ਜਾ ਕਹਿੰਦੇ ਵੀ ਘਰ ਤਾਂ ਕੁਛ ਹੈ ਨਹੀਂ, ਇੰਨੇ ਨਾਲ ਆਪਾਂ ਕੀ ਖਵਾਵਾਂਗੇ? ਕਹਿੰਦੇ ਨਹੀਂ ਮਾਈ ਲੋਈ ਤੂੰ ਐਂ ਕਰ, ਉਹ ਕਮਰੇ ਜਾ, ਉੱਥੇ ਨਾ ਮਠਿਆਈ ਦੇ ਥਾਲ ਭਰੇ ਪਏ ਨੇ, ਅੱਜ ਨਾ ਮਠਿਆਈ ਖਵਾਵਾਂਗੇ। ਜਦੋਂ ਮਾਈ ਲੋਈ ਨੇ ਦਰਵਾਜ਼ਾ ਖੁੱਲ੍ਹਿਆ ਅੱਗੇ ਉਹ ਭਾਂਤ ਦੀ ਮਠਿਆਈ ਦੇ ਥਾਲ ਭਰੇ ਪਏ ਨੇ। ਕਬੀਰ ਸਾਹਿਬ ਕਹਿੰਦੇ ਲਓ ਪੰਡਤ ਜੀ ਰੋਟੀ ਤਾਂ ਤੁਸੀਂ ਰੋਜ਼ ਹੀ ਖਾਂਦੇ ਹੋ, ਅੱਜ ਤੁਸੀਂ ਜਿਹੜਾ ਇਹ ਬਰਫੀ ਰੱਜ ਕੇ ਖਾਓ, ਜਿੰਨਾ ਜੋ ਮਠਿਆਈ ਰੱਜ ਕੇ ਖਾਓ। ਵਿਚਾਰੇ ਬ੍ਰਾਹਮਣ ਸ਼ਰਮਿੰਦੇ ਹੋ ਗਏ ਵੀ ਅਸੀਂ ਤਾਂ ਜਲੂਸ ਕੱਢਣ ਆਏ ਸੀ, ਵੀ ਵੱਡਾ ਨਾਂ ਹੈ ਜੀ, ਇਹਦਾ ਬੜਾ ਨਾਮ ਹੈ ਜੀ, ਇਹ ਤਾਂ ਭਗਤ ਹੈ ਜੀ, ਇਹ ਤਾਂ ਇਸ ਤਰ੍ਹਾਂ ਹੈ। ਉਹ ਸ਼ਰਮਿੰਦੇ ਹੋ ਗਏ। ਚਲੋ ਖਾ ਪੀ ਕੇ ਵਿਚਾਰੇ ਚਲੇ ਗਏ। ਕਿਸੇ ਨੇ ਕਬੀਰ ਸਾਹਿਬ ਨੂੰ ਪੁੱਛਿਆ ਵੀ ਕਬੀਰ ਸਾਹਿਬ ਇਹ ਮਨੁੱਖ ਸੁਖੀ ਕਿਵੇਂ ਹੋ ਸਕਦਾ ਹੈ? ਕਹਿੰਦੇ ਇਹਦਾ ਸੌਖੀ ਢੰਗ ਹੈ ਬਈ ਜੋ ਗੁਰੂ ਕਹੇ ਉਸ 'ਤੇ ਅਮਲ ਕਰੋ, ਬਸ ਤੁਸੀਂ ਸੁਖੀ ਹੋ ਜਾਓਗੇ। ਮਨੁੱਖ ਗੁਰੂ ਦੀ ਗੱਲ 'ਤੇ ਅਮਲ ਨਹੀਂ ਕਰਦਾ, ਇਸ ਲਈ ਦੁਖੀ ਫਿਰਦਾ ਹੈ। ਔਰ ਸਾਡਾ ਵੀ ਇਹੀ ਹਾਲ ਹੈ। ਬਾਣੀ ਸਾਡੀ ਗੁਰੂ ਹੈ, ਗੁਰੂ ਸਾਨੂੰ ਬਹੁਤ ਕੁਛ ਕਹਿੰਦਾ ਹੈ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ, ਪਰ ਅਸੀਂ ਆਪਣੀ ਮਨਮਰਜ਼ੀ ਕਰਦੇ ਹਾਂ, ਇਸ ਲਈ ਫਿਰ ਦੁੱਖ ਭੋਗਦੇ ਰਹਿੰਦੇ ਹਾਂ। ਕਬੀਰ ਸਾਹਿਬ ਦੇ ਗੁਆਂਢ ਦੇ ਵਿੱਚ ਇੱਕ ਪੰਡਿਤ ਰਹਿੰਦਾ ਸੀ, ਉਹਦਾ ਨਾਂ ਸੀ ਮੁਕੰਦਾ। ਉਹ ਗੰਗਾ 'ਤੇ ਇਸ਼ਨਾਨ ਕਰ ਰਿਹਾ ਸੀ। ਜਦੋਂ ਇਸ਼ਨਾਨ ਕਰਕੇ ਬਾਹਰ ਨਿਕਲਿਆ, ਅੱਗੋਂ ਨੂੰ ਕਬੀਰ ਸਾਹਿਬ ਮਿਲ ਪਏ। ਉਹ ਕਹਿੰਦਾ ਕਿੱਥੇ ਸ਼ੂਦਰ ਮੱਥੇ ਲੱਗ ਗਿਆ ਹੈ, ਮੇਰਾ ਗੰਗਾ ਇਸ਼ਨਾਨ ਨਿਸਫਲ ਹੋ ਗਿਆ ਹੈ। ਫੇਰ ਜਾ ਕੇ ਕਰਨ ਲੱਗ ਪਿਆ ਹੈ ਇਸ਼ਨਾਨ ਕਰਕੇ ਫੇਰ ਆਇਆ ਹੈ। ਫੇਰ ਅੱਗੇ ਕਬੀਰ ਸਾਹਿਬ ਖੜ੍ਹੇ ਨੇ, ਫੇਰ ਬੁੜ ਕਰਦਾ ਹੋਇਆ ਫਿਰ ਇਸ਼ਨਾਨ ਕਰਨ ਚਲੇ। ਜਦੋਂ ਇਸ਼ਨਾਨ ਕਰ ਆਏ ਤਾਂ ਕੀ ਵੇਖਿਆ ਵੀ ਕਬੀਰ ਸਾਹਿਬ ਤਾਂ ਮੇਰੇ ਨਾਲ ਹੀ ਇਸ਼ਨਾਨ ਕਰਨ। ਕਹਿੰਦੇ ਦੁਸ਼ਟ ਅੰਦਰ ਆ ਕੇ ਗੰਗਾ ਤੇ ਮੇਰੇ ਨਾਲ ਆ ਗਿਆ, ਗਾਲਾਂ ਕੱਢੀ ਜਾ, ਹਵਾ ਤਵਾ ਭਰੀ ਜਾਂਦਾ। ਘਰ ਚਲਿਆ ਗਿਆ, ਹਵਾ ਤਵਾ ਭੁੱਲੀ ਜਾਂਦਾ, ਘਰ ਚਲਿਆ। ਘਰ ਵਾਲੇ ਕਹਿੰਦੇ ਕੀ ਹੋ ਗਿਆ? ਕਹਿੰਦੇ ਐਂ ਹੋਇਆ ਮੈਨੂੰ। ਕਹਿੰਦੇ ਤੁਸੀਂ ਨਾ ਉਹ ਭਗਤ ਆਦਮੀ ਹੈ, ਭਗਤਾਂ ਨਾਲ ਗਾਲਾਂ ਨਹੀਂ ਕੱਢੀ ਦਿੰਦੀ, ਭਜਨ ਬੰਦਗੀ ਕਰਨ ਵੇਲੇ ਨੂੰ ਗਾਲਾਂ ਨਹੀਂ ਕੱਢੀ ਹੁੰਦੀਆਂ। ਉਹ ਗਾਲਾਂ ਤਾਂ ਮੈਨੂੰ ਯਾਦ ਆ ਗਏ। ਇੱਕ ਬੀਬੀ ਬਹੁਤ ਭਜਨ ਬੰਦਗੀ ਕਰਿਆ ਕਰਦੇ ਸੀ, ਪਰ ਉਹਦੇ ਬੱਚੇ ਬਿਮਾਰ ਰਹਿੰਦੇ ਸਨ।
ਉਹਨੂੰ ਸਮਝ ਹੀ ਨਹੀਂ ਸੀ ਆਉਂਦੀ ਕਿਉਂ ਬਿਮਾਰ ਰਹਿੰਦੇ ਨੇ। ਉਹ ਕਿਸੇ ਮਹਾਤਮਾ ਕੋਲ ਚਲੇ ਗਈ, ਕਹਿੰਦਾ ਬੀਬੀ ਸੁਣ ਮੇਰੀ ਗੱਲ, ਤੇਰੀ ਭਜਨ ਬੰਦਗੀ ਬਹੁਤ ਹੈ, ਤੇਰੇ ਬੋਲਾਂ 'ਚ ਸ਼ਕਤੀ ਹੈ, ਤੂੰ ਆਪਣੇ ਬੱਚਿਆਂ ਨੂੰ ਗਾਲਾਂ ਕੱਢਦੀ ਰਹਿਣੀ। ਉਹ ਫਿਰ ਉਹ ਲੱਗ ਜਾਂਦੇ, ਉਹਨਾਂ ਨੇ ਇਸ ਲਈ ਬਿਮਾਰ ਨੇ। ਤੂੰ ਬੱਚਿਆਂ ਨੂੰ ਗਾਲਾਂ ਕੱਢਣੀਆਂ ਬੰਦ ਕਰ ਦੇ, ਤੇਰੇ ਬੱਚੇ ਠੀਕ ਹੋ ਜਾਣਗੇ। ਤੇ ਫਿਰ ਬੱਚੇ ਠੀਕ ਹੋਣੇ ਸ਼ੁਰੂ ਹੋ ਗਏ, ਕਿਉਂਕਿ ਭਜਨ ਬੰਦਗੀ ਕਰਨ ਵਾਲੇ ਬੜਾ ਧਿਆਨ ਨਾਲ ਬੋਲਣਾ ਪੈਂਦਾ ਹੈ। ਵੀ ਪਤਾ ਨਹੀਂ ਕਿਸ ਵੇਲੇ ਗੁੱਸੇ ਜਾ ਕੇ ਕੁਛ ਕਹਿ ਦੇ, ਅਗਲੇ ਦਾ ਭੱਠਾ ਬਹਿ ਜਾਏ। ਵੈਸੇ ਤਾਂ ਭਜਨ ਬੰਦਗੀ ਵਾਲਾ ਛੇਤੀ ਛੇਤੀ ਗੁੱਸੇ 'ਚ ਨਹੀਂ ਆਉਂਦਾ, ਔਰ ਮਨ ਜੇ ਆ ਗਿਆ ਹੈ ਤਾਂ ਫਿਰ ਉਹਨੇ ਪੱਠਾ ਬਿਠਾ ਹੀ ਦੇਣਾ ਅਗਲੇ ਦਾ। ਇਸ ਲਈ ਘਰ ਦੇ ਵਿੱਚ ਜਿਹੜੇ ਭਜਨ ਬੰਦਗੀ ਕਰਨ ਵਾਲੇ ਪਰਿਵਾਰ ਨੇ, ਉਹ ਬੱਚਿਆਂ ਨੂੰ ਗਾਲਾਂ ਨਾ ਕੱਢਿਆ ਕਰੋ, ਵeh ਟੁੱਟ ਪੈਣਾ, ਵeh ਮਰ ਜਾਣੇ ਆ, ਵeh ਫਲਾਣਾ ਹੈ, ਇਸ ਤਰ੍ਹਾਂ। ਉਹ ਕੀ ਪਤਾ ਕਿਹੜੇ ਵੇਲੇ ਕਿਹੜਾ ਬੋਲਿਆ ਹੋਇਆ ਸ਼ਬਦ ਪੂਰਾ ਹੋ ਜਾਏ, ਫਿਰ ਵਕਤ ਖੜਾ ਹੋ ਜਾਏਗਾ। ਪਹਿਲਾਂ ਕੋਸ਼ਿਸ਼ ਕਰੀਦੀ ਹੈ ਬੱਚੇ ਨੂੰ ਸਮਝਾਉਣ ਦੀ, ਪਿਆਰ ਨਾਲ ਸਮਝਾਓ। ਅਗਰ ਉਹ ਨਹੀਂ ਸਮਝਦਾ ਤਾਂ ਫਿਰ ਥੋੜ੍ਹਾ ਝਿੜਕਣਾ ਤਾਂ ਪੈਂਦਾ ਹੀ ਹੈ। ਹੁਣ ਅਸੀਂ ਟੀਚਰ ਰਹੇ ਹਾਂ, ਪਹਿਲਾਂ ਅਸੀਂ ਪਿਆਰ ਨਾਲ ਪੜ੍ਹਾਉਂਦੇ ਸੀ ਕਿ ਭਾਈ ਕੱਲ੍ਹ ਨੂੰ ਇਹ ਕੰਮ ਕਰਕੇ ਲਿਆਉਣਾ ਹੈ। ਕਈ ਬੱਚੇ ਕਰ ਲੈਂਦੇ ਸਾਰੇ, ਕੋਈ ਕੁਛ ਕਹਿਣ ਦੀ ਲੋੜ ਨਹੀਂ। ਕਈਆਂ ਨੂੰ ਥੋੜ੍ਹਾ ਝਿੜਕਣਾ ਪੈਂਦਾ ਸੀ, ਕਈਆਂ ਨੇ ਇੱਕ ਅੱਧਾ ਥੱਪੜ ਵੀ ਮਾਰਨਾ ਪੈਂਦਾ ਸੀ। ਜਿਹੋ ਜਿਹਾ ਬੱਚਾ ਹੁੰਦਾ ਫਿਰ ਉਸ ਤਰ੍ਹਾਂ ਕਰਦੇ। ਪਰ ਅਸੀਂ ਕਿਸੇ ਬੱਚੇ ਨੂੰ ਗਾਲਾਂ ਗੂਲਾਂ ਨਹੀਂ ਸੀ ਕੱਢਦੇ, ਕੋਈ ਅਵਾ ਤਬ ਨਹੀਂ ਸੀ ਬੋਲਦੇ, ਕਿਉਂਕਿ ਟੀਚਰ ਅਤੇ ਪ੍ਰੀਚਰ ਇਹ ਦੋਨੋਂ ਜਿਹੜਾ ਅਵਾ ਤਬਾ ਬੋਲਦੇ ਵੈਸੇ ਹੀ ਨਹੀਂ ਚੰਗੇ ਲੱਗਦੇ। ਫਿਰ ਬੱਚੇ ਦਾ ਕੰਮ ਲੈਣਾ, ਸਖਤਾਈ ਤਾਂ ਕਰਨੀ ਪੈਂਦੀ ਹੈ, ਪਰ ਪਹਿਲਾ ਢੰਗ ਹੈ ਪਿਆਰ ਸਹਿਤ ਉਹਨੂੰ ਸਮਝਾ ਦਿਓ। ਅਗਰ ਉਹ ਇਸ ਤਰ੍ਹਾਂ ਨਹੀਂ ਸਮਝਦਾ ਫਿਰ ਥੋੜ੍ਹੀ ਵੀ ਸਖਤਾਈ ਕਰਨੀ ਪੈਂਦੀ ਹੈ। ਪਰ ਭਜਨ ਬੰਦਗੀ ਵਾਲੇ ਨੇ ਭਾਵੇਂ ਉਹ ਸਹਿਜ ਸੁਭਾਈ ਹੈ, ਸਹਿਜ ਸੁਭਾਅ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਮਹਾਤਮਾ ਹੋਏ ਨੇ, ਉਹਨੂੰ ਘਰਦਿਆਂ ਨੇ ਸਿਧਰਾ ਸਮਝ ਗਏ, ਵੀ ਤਾਂ ਸਿਧਰ ਹੈ। ਉਹਨੂੰ ਨਾ ਜਿਹੜੇ ਉੱਥੇ ਦੇ ਬੂਈ ਉਹ ਬਹੁਤ ਹੁੰਦੀ ਕੰਡਿਆਲੀ ਫਸਲ ਦੇ ਵਿੱਚ, ਵੀ ਤੂੰ ਇਹ ਜਾ ਕੇ ਪੱਟ। ਕੋਈ ਰੋਟੀ ਨਹੀਂ ਉਹਨੂੰ 2 ਵਜੇ ਤੱਕ ਦੇਣ ਆਇਆ, ਨਾ ਸਵੇਰ ਦੀ ਨਾ ਦੁਪਹਿਰ ਦੀ। ਉਹ ਗੁੱਸਾ ਉਹਨੂੰ ਚੜ੍ਹਿਆ, ਉਹ ਬੂਟੇ ਪੁੱਟ ਰਿਹਾ ਹੈ। ਕੋਈ ਮੇਰੇ ਵਰਗਾ ਕੋਲ ਲੰਘਿਆ, ਹਾਂਜੀ ਕੀ ਕਰ ਰਹੇ ਹੋ? ਕਹਿੰਦਾ ਆਪਣੇ ਘਰ ਵਾਲੇ ਨੂੰ ਜੜ੍ਹਾਂ ਪੁੱਟ ਰਿਹਾ। 7 ਦਿਨ ਸਾਰਾ ਟੱਬਰ ਮਰ ਕੇ ਬਾਰੀ ਮਾਰੀ, ਕੋਈ ਨਹੀਂ ਬਚਿਆ। ਕਿਉਂ? ਕਮਾਈ ਸੀ, ਮੂੰਹੋਂ ਸ਼ਬਦ ਨਿਕਲ ਗਿਆ। ਇਸ ਲਈ ਫਿਰ ਜਦੋਂ ਸਮਝਾਇਆ ਘਰ ਵਾਲੇ ਨੇ ਕਿ ਤੂੰ ਇਸ ਤਰ੍ਹਾਂ ਭਜਨ ਬੰਦਗੀ ਕਰ, ਨਹੀਂ ਲੜੀਦਾ ਹੁੰਦਾ, ਫਿਰ ਆ ਕੇ ਨੇ ਭਗਤ ਕਬੀਰ ਸਾਹਿਬ ਤੋਂ ਮਾਫੀ ਮੰਗੀ। ਇੱਕ ਵਾਰੀ ਉਸ ਵੇਲੇ ਦਾ ਰਾਜਾ ਹਿੰਦੁਸਤਾਨ ਦਾ ਸੀ ਸਿਕੰਦਰ ਲੋਧੀ, ਕਬੀਰ ਸਾਹਿਬ ਦੇ ਵੇਲੇ। ਸਿਕੰਦਰ ਲੋਧੀ ਬਨਾਰਸ ਆਇਆ। ਜਿਹੜੇ ਪੰਡਤ ਅਤੇ ਮੁੱਲਾ ਮਲਾਣੇ ਸਨ ਉਹ ਜਾ ਕੇ ਮਿਲੇ ਉਸ ਨੂੰ ਕਿ ਇਹ ਹਿੰਦੂਆਂ ਦੇ ਵਿਰੁੱਧ, ਮੁਸਲਮਾਨਾਂ ਦੇ ਵਿਰੁੱਧ ਲਿਖਦਾ ਹੈ ਅਤੇ ਬੋਲਦਾ ਹੈ। ਜਿਹੜੇ ਚੰਗੇ ਰਾਜੇ ਹੁੰਦੇ ਨੇ ਉਹ ਤਾਂ ਸੱਦਦੇ ਨੇ ਕਿ ਭਾਈ ਤੇਰੀ ਆ ਸ਼ਿਕਾਇਤ ਲਾਈ ਹੈ, ਤੂੰ ਇਸ ਤਰ੍ਹਾਂ ਕਿਉਂ ਇਹਨਾਂ ਨੂੰ ਬੋਲਦੇ, ਹਾਲਾਂਕਿ ਕੋਈ ਦੱਸੇਗਾ ਕਾਰਨ। ਪਰ ਨਹੀਂ, ਜਿਹੜੇ ਕੱਟੜ ਲੋਕ ਹੁੰਦੇ ਨੇ ਦੂਜੇ ਦੀ ਗੱਲ ਹੀ ਨਹੀਂ ਸੁਣਦੇ ਹੈਗੇ। ਗੱਲਾਂ ਦੋਨਾਂ ਦੀ ਸੁਣਨੀਆਂ ਚਾਹੀਦੀਆਂ ਨੇ। ਜੇ ਮੈਨੂੰ ਯਾਦ ਹੈ, ਮੈਂ ਪੜ੍ਹਾਉਂਦਾ ਸੀ, ਇੱਕ ਲੜਕੀ ਮੇਰੇ ਕੋਲ ਆਈ, ਕਹਿੰਦੇ ਸਰ ਜੀ ਇਹ ਜਿਹੜੀ ਕੁੜੀਆਂ ਨੇ ਸ਼ਰਾਰਤ ਪਹਿਲਾਂ ਇਹ ਕਰਦੀਆਂ ਨੇ, ਮੁੰਡੇ ਨੂੰ ਕੁਛ ਕਹਿ ਦਿੰਦੀਆਂ ਨੇ, ਮੁੰਡਾ ਅੱਗੋਂ ਫਿਰ ਜਦੋਂ ਕਹਿੰਦਾ ਇਹ ਭੱਜੀਆਂ ਤੁਹਾਡੇ ਕੋਲ ਆ ਜਾਂਦੀ ਟੀਚਰਾਂ ਕੋਲ। ਟੀਚਰ ਆ ਨਹੀਂ ਵੇਖਦੇ, ਤਾਂ ਨਹੀਂ ਵੇਖਦੇ, ਜਵਾਬ ਮੁੰਡੇ 2 ਥੱਪੜ ਮਾਰ ਦਿੰਦੇ। ਕਹਿੰਦੇ ਜੀ ਸ਼ਰਾਰਤ ਇਹ ਕਰਦੀਆਂ ਨੇ, ਮੁੰਡਿਆਂ ਦੀ ਵੀ ਗੱਲ ਸੁਣ ਲਿਆ ਕਰੋ। ਮੈਂ ਕਿਹਾ ਤਾਂ ਠੀਕ ਹੈ, ਦੋਨਾਂ ਦੀ ਸੁਣਨੀ ਚਾਹੀਦੀ ਪੱਖਾਂ ਦੀ। ਉਦੋਂ ਬਾਅਦ ਕੀ ਨਤੀਜਾ ਨਿਕਲਿਆ ਕਿ ਹਰ ਸਾਲ ਸਾਨੂੰ ਇੱਕ ਅੱਧੀ ਲੜਕੀ ਸਕੂਲੋਂ ਕੱਢਣੀ ਪੈਂਦੀ ਸੀ, ਮੁੰਡਾ ਸਾਨੂੰ ਕੋਈ ਨਹੀਂ ਕੱਢਣਾ ਪਿਆ। ਫਿਰ ਮੈਂ ਹੱਕਾ ਬੱਕਾ ਰਹਿ ਗਿਆ ਵੀ ਹਾਂ ਇਹ ਕਿੱਥੇ ਜਵਾਕ ਪਹੁੰਚ ਗਏ ਨੇ ਸਾਨੂੰ। ਅਤੇ ਉਹਨੂੰ ਮੈਂ ਕਿਹਾ ਸ਼ਾਬਾਸ਼ ਤੇਰੇ ਭਾਈ, ਤੂੰ ਸਾਨੂੰ, ਮੈਂ ਬਾਕੀ ਟੀਚਰਾਂ ਨੂੰ ਵੀ ਕਹਿਤਾ ਕਿ ਆਹ ਗੱਲ ਹੈ, ਲੜਕੇ ਦੀ ਵੀ ਸੁਣਨੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈ 1-2 ਗਵਾਹ ਲੈ ਕੇ ਫਿਰ ਫੈਸਲਾ ਕਰਨਾ ਹੈ, ਕੋਈ ਨਹੀਂ। ਸੋ ਮੁੱਲਾ ਮਲਾਣੇ ਕਰਤੀ ਸ਼ਿਕਾਇਤ, ਕਿਉਂਕਿ ਕਬੀਰ ਸਾਹਿਬ ਦੀ ਬਾਣੀ ਪੜ੍ਹੋ ਫਿਰ ਸਿੱਧਾ ਹੀ ਉਸ 'ਚ, ਕੋਈ ਉਹਦੇ ਵਿੱਚ ਕਿਸੇ ਨੇ ਨਹੀਂ ਬਖਸ਼ਿਆ ਹੋਇਆ।
सिकंदर लोधी ने हुक्म करता है भी इनू पानी 'ਚ डोब दो। चलो गंगा दरिया कोल ही सी। विरोधियों ने किश्ती ते बिठाया, दरिया के विचाले ले गए। उत्थे जाके उन्होंने दरिया 'ਚ सुट्टा, आप किश्ती वापस लाए। कबीर साहब की सी, कबीर साहब पानी के उत्ते चौकड़ी मारी है, कंडे नूं आ रहे हैं। वो सारे हक्के बक्के हो गए, अस तेरे विचाले सुट के आए सी, ये तो चंगा भला है, ये तो तर के भी नहीं आ रहा, ये तो चौकड़ी मारी बैठा है तो कंडे वालों आ रहा है। सो वो पानी 'ਚ ना डोब सके। फिर जिहड़ा है राजे ने हुक्म दे तेनों अग 'ਚ साड़ दो। चलो बहुत सारी लकड़ां इकट्ठियां कीतियां, कबीर साहब उत्ते बिठा लिया है, अग ला दी। जब काफ़ी लाटा निकलन लग पियां, लोग अपने अपने घरों चले गए। अगले दिन जिवें आपां फुल चुगते हैं, जदों स्वाह हटा के देखी, कबीर साहब इत्थे जिउंदे बैठे चौकड़ी मारी। गल बनी। फिर राजा कहंदा अच्छा इनू हाथी अगे सुटो। फिर कबीर साहब नूं हाथी अगे सुटते। बाणी कहंदी भी हाथी जिहड़ा सी उहनूं भी सोझी सी भी इह भगत है। हाथी ने सुंडन आके नमस्कार की भगत नूं ते कुछ नहीं किया। उहदा नतीजा की निकलिया कि राजे दे ढिड 'ਚ पीड़ होण लग पई। कि जदों भजन बंदगी वाले कोई तंग करदे ना, फिर कोई फल तो मिलना ही हुंदा है। वो हटदी होई नहीं हैगी। बड़े वैद हकीम सदे, नहीं गल बनदी। कोई एक मुल्ला आया, कहते राजन वो जिहड़ा कबीर है ना, वो बहुत भजन बंदगी करता, वो भगत है, तुसीं उहनूं सज़ा दित्ती है, कदे कुछ कर दिओ कदे कुछ कर दिओ, उहदा तुहानूं सराप लग गया है, उस तो जाके माफ़ी मंगो। फिर राजे ने कबीर साहब तो माफ़ी मंगी। फिर उहदा पेट दर्द ठीक होया। कबीर साहब ने कहा राजन देखो दो ही इस वेले कौमां ने, हिंदू ने मुसलमान ने हिंदुस्तान। तुसीं राजे हो तो सारी प्रजा तुहाडी है, तो फिर तुसीं सारिਆਂ ਨਾਲ बराबर ਦਾ सलूक करो। उन्होंने समझाया जे तू राज करना है इस तरह कर। चलो राजा कर कहते कोई नहीं जी मैं इस तरीके करांगा। एक वे कबीर साहब अपने सत्संगियों के नाल बैठे गंगा नदी के कंढे ते, गंगा नदी कंढे ते बैठे ने। राजे ने धन्नवाद करन वजों कबीर साहब का सोने के पावियां वाला पलंग बनाया। राजा अपने सेवादार तो चकवा के पलंग कबीर साहब के कोले लगे गंगा दरिया से। राजा कह लो जी कबीर साहब है तो उन्हें सोने के पावियां वाला पलंग भेंट कर दे, इससे समय करो। कबीर साहब ने अपने साथियों ने पलंग चक के ना गंगा सुट दो। उन्हें चक्या गंगा सुट दो। राजा झाकदा भी आ कि मैं तो इन्ना महंगा पलंग बनाया सी, इन्हें दरिया सुटता है। राजा कहता भी कबीर साहब जे तुसी पलंग नहीं सी रखना मैनू वापस कर देंदे, दरिया सुटन की की लोड़। कहते कोई नहीं राजन वो रुड़िया नहीं है, जा अपना पलंग कढ़ लिया। जो राजा नेड़े गया ना की दे वो पता नहीं किन्ने को सोने के पावे वाले पलंग पे ने। राजा समझ गया हो वापस आ गया, मत्था टेक के घर में चले गए। उस जमाने दे विच बनारस के नज़दीक एक कस्बा है मगहर। एक कहावत सी हिंदू भरावां च कि जिहड़ा मगर मरेगा वो गधे दी जूनी पेगा, जिहड़ा बनारस मरेगा वो स्वर्ग नूं जाएगा। इसलिए इस वहम कारण वो नगर काफ़ी उजड़ गया। कबीर साहब ने वहम कढ़ना सी कि एवें तुहानूं वहम इस गल दा। कबीर साहब मगर जाके रहन लग पे। उत्थे हौली हौली सतसंगत होनी शुरू हो गई। उत्थे ही कबीर साहब ने कई साल रह के अपना शरीर त्यागया। फिर जिहड़े उन्हां दे श्रद्धालु जे सन वो शरीर नूं फिर बनारस लाए तो फिर उसदा संस्कार किया। इस तरह कबीर साहब 1398 ईस्वी दे विच पैदा होए ते 1518 ईस्वी दे विच 120 साल की उम्र भोग के उन्होंने शरीर त्यागया है, जतिजो समा गए। सो एक गरीब परिवार दे विचों
ਇੱਕ ਨਿਮਾਣੇ ਨਤਾਣੇ ਲਤਾੜੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਉੱਠ ਕੇ ਪਰਮਾਤਮਾ ਦੀ ਭਜਨ ਬੰਦਗੀ ਕੀਤੀ ਔਰ ਇੱਥੋਂ ਤੱਕ ਪਹੁੰਚ ਗਏ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਨਾਰਸ ਗਏ, ਫਿਰ ਉੱਥੋਂ ਭਗਤ ਕਬੀਰ ਦੀ ਬਾਣੀ ਦੇ ਵਿੱਚ ਕੁਝ ਬਾਣੀ ਨੋਟ ਕਰਕੇ ਲਿਆ। ਉਹ ਬਾਣੀ ਫਿਰ ਜਿਹੜਾ ਹੈ ਪੰਚਮ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਜਿਹੜੇ ਮਹਾਂਪੁਰਖ ਹੁੰਦੇ ਨੇ, ਕੁਝ ਤੇ ਪ੍ਰਚਾਰ ਕਰਨ ਜਾਂਦੇ ਨੇ, ਥਾਂ ਥਾਂ 'ਤੇ ਜਾ ਕੇ ਪ੍ਰਚਾਰ ਕਰਦੇ ਨੇ, ਸਿੱਖਿਆ ਲੋਕਾਂ ਨੂੰ ਦਿੰਦੇ ਨੇ। ਕਈ ਲੋਕ ਨੇ ਆਪਣੀ ਕਿਰਤ ਕਰਦੇ ਰਹਿੰਦੇ, ਆਪਣੀ ਥਾਂ 'ਤੇ ਬੈਠੇ ਰਹਿੰਦੇ ਹਨ। ਉਹ ਬਾਣੀ ਲਿਖਦੇ ਨੇ, ਉਹ ਬਾਣੀ ਰਾਹੀਂ ਉਪਦੇਸ਼ ਦਿੰਦੇ ਨੇ। ਜੋ ਉਹਨਾਂ ਨੇ ਸਮਾਜ ਨੂੰ ਸਿੱਖਿਆ ਦੇਣੀ ਹੁੰਦੀ ਹੈ, ਉਹ ਬਾਣੀ ਰਾਹੀਂ ਸਿੱਖਿਆ ਦਿੰਦੇ ਨੇ। ਹੁਣ ਉਹਨਾਂ ਨੇ ਕੀ ਸਾਨੂੰ ਸਿੱਖਿਆ ਦਿੱਤੀ ਆਪਣੀ ਬਾਣੀ ਰਾਹੀਂ, ਹੁਣ ਉਸ 'ਤੇ ਆਪਾਂ ਵਿਚਾਰ ਕਰਾਂਗੇ। ਭਗਤ ਕਬੀਰ ਜੀ ਕਹਿੰਦੇ, ਜਿਹੇ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਤਾਰੀ। ਜਿਸ ਕੁਲ ਵਿੱਚ, ਜਿਸ ਖਾਨਦਾਨ ਦੇ ਵਿੱਚ ਪੁੱਤਰ ਭਜਨ ਬੰਦਗੀ ਹੀ ਨਹੀਂ ਕਰਦਾ, ਉਹਦੀ ਮਾਂ ਮਹਤਾਰੀ ਹੁੰਦਾ ਮਾਂ। ਵਿਧਵਾ ਕਸ ਨ ਭਈ ਮਹਤਾਰੀ, ਕਸ ਹੁੰਦਾ ਕਿਉਂ? ਉਹਦੀ ਮਾਂ ਵਿਧਵਾ ਕਿਉਂ ਨਾ ਹੋ ਗਈ, ਕਿ ਜੇ ਉਹਦੀ ਮਾਂ ਵਿਧਵਾ ਹੁੰਦੀ ਇਹੋ ਜਿਹਾ ਪੁੱਤਰ ਹੀ ਨਾ ਜੰਮਦੇ। ਇਸ ਲਈ ਜਿਨ੍ਹਾਂ ਦੇ ਬੱਚੇ ਭਜਨ ਬੰਦਗੀ ਨਹੀਂ ਕਰਦੇ, ਧਰਮ ਅਨੁਸਾਰ ਉਹਨਾਂ ਮਾਵਾਂ ਨੂੰ ਬੜੀਆਂ ਅੱਗੇ ਜਾ ਕੇ ਝਿੜਕਾਂ ਪੈਣੀਆਂ ਨੇ, ਸਜ਼ਾਵਾਂ ਮਿਲਣੀਆਂ ਨੇ ਕਿ ਤੂੰ ਨਾਸਤਿਕ ਪੁੱਤਰ ਪੈਦਾ ਕੀਤਾ ਹੈ, ਇਹਨੇ ਭਜਨ ਬੰਦਗੀ ਹੀ ਨਹੀਂ ਕੀਤੀ। ਕਿੱਡੀ ਵੱਡੀ ਗਾਲ ਹੈ। ਜਿਵੇਂ ਆਪਾਂ ਕਹੀਏ ਤੂੰ ਵਿਧਵਾ ਹੋ ਜਾਏ, ਕਿੱਡਾ ਅਗਲੇ ਨੇ ਕਿਹਾ ਸ਼ਬਦ। ਕਬੀਰ ਸਾਹਿਬ ਕਹਿੰਦੇ, ਜਿਸ ਕੁਲ ਦੇ ਵਿੱਚ ਪੁੱਤਰ ਭਜਨ ਬੰਦਗੀ ਹੀ ਨਹੀਂ ਕਰਦਾ, ਉਸ ਕੁਲ ਦੀ ਮਾਂ ਨੂੰ ਵਿਧਵਾ ਹੋ ਜਾਣਾ ਚਾਹੀਦਾ ਸੀ। ਅੱਗੇ ਕਹਿੰਦੇ, ਜਿਹ ਨਰ ਰਾਮ ਭਗਤ ਨਾ ਸਾਧੇ, ਜਨਮਤ ਕਸ ਨਾ ਮੂਹ ਅਪਰਾਧੀ। ਜਿਸ ਵਿਅਕਤੀ ਨੇ ਪਰਮਾਤਮਾ ਦੀ ਭਜਨ ਬੰਦਗੀ ਹੀ ਨਹੀਂ ਕੀਤੀ, ਕਹਿੰਦੇ ਜਨਮਤ ਜੰਮਦੇ ਸਾਰ, ਉਹ ਦੁਸ਼ਟ, ਉਹ ਪਾਪੀ ਜੰਮਦੇ ਸਾਰ ਹੀ ਕਿਉਂ ਨਾ ਮਰ ਗਿਆ। ਕਹਿੰਦੇ ਇਹ ਜਦੋਂ ਜੰਮਦੇ ਸਾਰ ਹੀ ਮਰ ਜਾਣਾ ਚਾਹੀਦਾ ਸੀ, ਵੀ ਤੂੰ ਭਜਨ ਬੰਦਗੀ ਨਹੀਂ ਕਰਦਾ ਹੈ। ਇਸ ਲਈ ਅਸੀਂ ਆਏ ਹੀ ਭਜਨ ਬੰਦਗੀ ਕਰਨ। ਹਰ ਰੋਜ਼ ਕਥਾ ਦੇ ਵਿੱਚ ਇਸੇ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਮਨੁੱਖਾ ਜੀਵਨ ਭਜਨ ਬੰਦਗੀ ਕਰਨ ਲਈ ਮਿਲਿਆ। ਅੱਜ ਅਸੀਂ ਕੰਮ ਧੰਦਾ ਕਰਦੇ ਤੇ ਇਸ ਲਈ ਕਰਦੇ ਹਾਂ ਕਿ ਸਾਨੂੰ ਚਾਹੀਦੀ ਮਾਇਆ, ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਪਾਲਣਾ, ਉਹਦੇ ਲਈ ਪੈਸਾ ਚਾਹੀਦਾ ਹੈ। ਅਤੇ ਜੇ ਕੋਈ ਅਸੀਂ ਕੰਮ ਕਰਾਂਗੇ ਤਾਂ ਹੀ ਪੈਸਾ ਕਮਾਵਾਂਗੇ ਨਾ। ਕੰਮ ਤਾਂ ਇਸ ਲਈ ਕਰਦੇ ਹਾਂ। ਸਾਨੂੰ ਭੇਜਿਆ ਕਾਹਦੇ ਲਈ ਗਿਆ? ਨਾਮ ਜਪਣ ਲਈ, ਕਿ ਤੁਸੀਂ ਪਰਮਾਤਮਾ ਕਹਿੰਦਾ ਉੱਥੇ ਜਾ ਕੇ ਤੁਸੀਂ ਮੇਰਾ ਨਾਮ ਜਪਣਾ ਹੈ। ਜੇ ਨਹੀਂ ਜਪ ਕੇ ਜਾਵਾਂਗੇ, ਫਿਰ ਉਹਨੇ ਧਰਮ ਰਾਜ ਰੱਖੇ ਹੀ ਹੋਇਆ ਹੈ, ਉਹਨੇ ਜਮਦੂਤ ਰੱਖੇ ਹੀ ਹੋਏ ਨੇ, ਫਿਰ ਉਹ ਸਜ਼ਾਵਾਂ ਦਿੰਦੇ ਨੇ। ਇਸ ਲਈ ਹਰ ਇੱਕ ਇਨਸਾਨ ਨੂੰ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ, ਜਿੰਨਾ ਵੀ ਉਸਨੂੰ ਸਮਾਂ ਮਿਲੇ, ਕਿਉਂਕਿ ਮਨੁੱਖਾ ਜੀਵਨ ਵਾਰੀ ਵਾਰੀ ਨਹੀਂ ਮਿਲਣਾ। ਨਾਨਕ ਕਦ ਆਵੇ ਵਾਰੀ, ਫਿਰ ਪਤਾ ਨਹੀਂ ਮਨੁੱਖਾ ਜੀਵਨ ਦੀ ਕਦੋਂ ਵਾਰੀ ਆਉਣੀ ਹੈ। ਇਸ ਪੌੜੀ 'ਤੇ ਜੋਰ ਨਾਲ ਛੁੱਟ ਕੇ ਆਏ ਜਾਏ ਦੁੱਖ ਪਾਏਗਾ। ਜਿਹੜਾ ਮਨੁੱਖਾ ਜੀਵਨ 'ਚ ਆ ਕੇ ਜਿਸ ਨੇ ਭਜਨ ਬੰਦਗੀ ਨਹੀਂ ਕੀਤੀ, ਸਮਝੋ ਪੌੜੀ ਤੋਂ ਡਿੱਗ ਪਿਆ ਹੈ, ਅਤੇ ਕਹਿੰਦੇ ਫਿਰ ਉਹ ਜੰਮਦਾ ਰਹੇਗਾ, ਮਰਦਾ ਰਹੇਗਾ, ਡੜ ਜੂਨੇ 'ਚ ਆਈ ਜਾਵੇਗਾ, ਤਾਂ ਕਲਿਆਣ ਨਹੀਂ ਹੋਣਾ ਹੈ। ਇਸ ਲਈ ਜਿੰਨਾ ਵੀ, ਜਦੋਂ ਵੀ ਸੋਝੀ ਆ ਜਾਏ, ਜਿੰਨਾ ਵੀ ਸਮਾਂ ਮਿਲੇ, ਭਜਨ ਬੰਦਗੀ ਕਰਨੀ ਚਾਹੀਦੀ। ਕਿਉਂਕਿ ਜਾ ਕੋ ਆਏ ਸੋਈ ਬਿਹਾਜੋ, ਜਿਸ ਕੰਮ ਲਈ ਤੁਸੀਂ ਆਏ ਹੋ ਉਹੀ ਕੰਮ ਕਰੋ। ਜਿਹੜਾ ਧਨ ਤੁਸੀਂ ਇਕੱਠਾ ਕਰਨਾ, ਉਹ ਧਨ ਇਕੱਠਾ ਕਰੋ। ਸਾਨੂੰ ਹੁਕਮ ਹੈ ਕਿ ਤੂੰ ਨਾਮ ਧਨ ਇਕੱਠਾ ਕਰਨਾ। ਸੰਸਾਰਿਕ ਧਨ ਤਾਂ ਤੇਰੇ ਪਰਿਵਾਰ ਦੀ ਆਈ ਚਲਾਈ ਲਈ ਹੁੰਦਾ ਹੈ। ਇਹਨੂੰ ਜੋੜ ਜੋੜ ਕੇ ਇਕੱਠਿਆਂ ਕਰਨ ਦੀ ਲੋੜ ਨਹੀਂ ਹੈਗੀ। ਆਪਣੇ ਪਰਿਵਾਰ ਦੀ ਗੱਡੀ ਚਲਾਉਣੀ ਹੈ। ਅਸੀਂ ਥੋੜ੍ਹੇ ਜਿਹੇ ਇਸ ਲਈ ਇਕੱਠਾ ਕਰਦੇ ਹਾਂ ਕਿ ਬੁਢਾਪੇ ਦੇ ਵਿੱਚ ਕੰਮ ਆਵੇ। ਮੰਨ ਲਓ ਜਦੋਂ ਆਪਾਂ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਰਹੇ, ਇੰਨੇ ਬੁੱਢੇ ਹੋ ਗਏ, ਰੋਟੀ ਪਾਣੀ ਤਾਂ ਖਾਣਾ ਹੀ, ਕੱਪੜੇ ਵੀ ਪਹਿਨਣੇ,
ਤਾਂ ਜੋ ਉਸ ਵੇਲੇ ਸਾਡੇ ਇਹ ਕੰਮ ਆਵੇ। ਉਂਝ ਨਾਮ ਧਨ ਇਕੱਠਾ ਕਰਨਾ, ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਜਿਵੇਂ ਆਪਾਂ ਮੰਨ ਲਓ 100 ਰੁਪਇਆ ਵੀ ਮਹੀਨੇ ਦਾ ਜੋੜਨ ਲੱਗੀਏ, ਸਾਲ ਦੇ 1200 ਹੋ ਗਏ। ਇਸ ਤਰ੍ਹਾਂ ਕਰਦੇ ਕਰਦੇ ਲੱਖਾਂ 'ਤੇ ਪਹੁੰਚ ਜਾਏਗਾ ਬੰਦਾ। ਇਸੇ ਤਰ੍ਹਾਂ ਥੋੜ੍ਹਾ ਥੋੜ੍ਹਾ ਨਾਮ ਧਨ ਵੀ ਇਕੱਠਿਆਂ ਕਰਦੇ ਕਰਦੇ ਸਾਰੇ ਕੋਈ ਕਿੰਨਾ ਧਨ ਹੋ ਜਾਏਗਾ। ਇਸ ਲਈ ਭਜਨ ਬੰਦਗੀ ਕਰਨੀ ਚਾਹੀਦੀ। ਅੱਗੇ ਕਬੀਰ ਸਾਹਿਬ ਕਹਿੰਦੇ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਵਿਵੇਕ ਬੰਦੇ ਰੱਬੀ ਮਤ, ਜਿਹੜੇ ਠੀਕ ਅਤੇ ਗਲਤ ਦਾ ਨਿਰਣਾ ਕਰ ਸਕੇ। ਸਾਡੀ ਮਤ ਠੀਕ ਅਤੇ ਗਲਤ ਦਾ ਨਿਰਣਾ ਹੀ ਨਹੀਂ ਕਰ ਸਕਦੇ। ਗੁਰੂਆਂ ਦੇ ਵਿੱਚ ਰੱਬੀ ਮਤ ਹੁੰਦੀ ਹੈ। ਇਸ ਲਈ ਉਹਨਾਂ ਨੇ ਲਿਖਿਆ ਵੀ ਆਹ ਠੀਕ ਹੈ ਬੰਦਿਆ, ਤੇਰੇ ਲਈ ਆਹ ਗਲਤ ਹੈ, ਤੂੰ ਆਹ ਕਰ, ਆਹ ਨਾ ਕਰ। ਸਾਰੀ ਬਾਣੀ ਇਹੀ ਕਹਿੰਦੀ, ਆਹ ਕਰ ਅਤੇ ਆਹ ਨਾ ਕਰ, ਕਿਉਂਕਿ ਉਹਨਾਂ 'ਚ ਵਿਵੇਕ ਬੁੱਧ ਹੈ, ਉਹਨਾਂ 'ਚ ਰੱਬੀ ਮਤ ਹੈ ਕਿ ਰੱਬ ਇਨਸਾਨ ਤੋਂ ਕੀ ਚਾਹੁੰਦਾ ਹੈ। ਸਾਨੂੰ ਕੀ ਪਤਾ ਕੀ ਚਾਹੁੰਦਾ ਹੈ। ਹਰ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਨਹੀਂ ਆਉਂਦੀ, ਉਹਨੂੰ ਜੀਵਨ ਜਿਉਣਾ ਕੋਈ ਹੋਰ ਸਿਖਾਇਆ ਕਰਦਾ ਹੈ। ਅਤੇ ਸਭ ਤੋਂ ਵਧੀਆ ਸਿਖਾਉਂਦੇ ਨੇ ਗੁਰੂ ਮਹਾਰਾਜ, ਕਿਉਂਕਿ ਜਿਹੜਾ ਤੁਹਾਨੂੰ ਹੋਰ ਵੀ ਕੋਈ ਸਿਖਾਵੇਗਾ ਉਹ ਆਪਣੀ ਮਤ ਅਨੁਸਾਰ ਸਿਖਾਵੇਗਾ, ਉਹ ਜੇ ਰੱਬੀ ਮਤ ਨਹੀਂ ਹੁੰਦੀ। ਜੇ ਮੈਂ ਤੁਹਾਨੂੰ ਕੁਛ ਕਹਿਣਾ ਤਾਂ ਮੈਂ ਤਾਂ ਬਾਣੀ ਦੇ ਆਧਾਰ 'ਤੇ ਤੁਹਾਨੂੰ ਕਹਿਣਾ, ਮੇਰੇ ਆਪਣੇ ਤਾਂ ਕੋਈ ਰੱਬੀ ਮਤ ਨਹੀਂ ਹੈ। ਸਾਡੇ ਕੋਲ ਬਾਣੀ ਰੱਬੀ ਮਤ ਹੈ। ਬਾਣੀ ਫਿਰ ਸਾਨੂੰ ਕੀ ਕਹਿੰਦੀ ਹੈ, ਬਸ ਮੈਂ ਤਾਂ ਉਹਦੀ ਵਿਆਖਿਆ ਕਰਨੀ ਹੁੰਦੀ ਹੈ। ਇਸ ਲਈ ਕਹਿੰਦੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਤ ਸੰਗਤ 'ਚ ਆ ਕੇ ਤੇਰੇ ਅੰਦਰ ਰੱਬੀ ਮਤ ਪੈਦਾ ਹੋਏਗੀ, ਤੈਨੂੰ ਪਤਾ ਲੱਗੇਗਾ ਕੀ ਠੀਕ ਹੈ ਅਤੇ ਕੀ ਗਲਤ ਹੈ। ਫਿਰ ਤੂੰ ਗਲਤ ਛੱਡਦਾ ਜਾਈਂ, ਠੀਕ ਕਰਦਾ ਜਾਈਂ, ਇੱਕ ਦਿਨ ਤੇਰੀ ਗੱਲ ਬਣ ਜਾਏਗੀ। ਸਤ ਸੰਗਤ ਦਾ ਅਸਰ ਦੱਸਿਆ ਵੀ ਕੀ ਅਸਰ ਹੁੰਦਾ ਹੈ। ਪਾਰਸ ਪਰਸ ਲੋਹਾ ਕੰਚਨ ਸੋਈ। ਪਾਰਸ ਨੂੰ ਇੱਕ ਐਸਾ ਪੱਥਰ ਮੰਨਿਆ ਗਿਆ ਹੈ, ਅਸਲ 'ਚ ਹੈ ਨਹੀਂ, ਇਮੈਜੀਨਰੀ ਸਟੋਨ ਹੈ, ਉਹ ਕਲਪ ਕੀਤਾ ਪੱਥਰ ਹੈ ਸਮਝਾਉਣ ਲਈ ਵੀ ਪਾਰਸ ਨੂੰ ਕੋਈ ਵੀ ਧਾਤ ਛੁਹਾਈਏ ਉਹ ਧਾਤ ਜਿਹੜੀ ਹੈ ਸੋਨਾ ਹੋ ਜਾਂਦੀ ਹੈ। ਸਾਰੀਆਂ ਧਾਤਾਂ ਸਭ ਤੋਂ ਸਸਤਾ ਲੋਹਾ ਹੁੰਦਾ ਹੈ। ਲੋਹੇ ਨੂੰ ਵੀ ਪਾਰਸ ਨਾਲ ਛੂਹੋ, ਇਹ ਲੋਹਾ ਸੋਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਬੰਦਾ ਕਿੰਨਾ ਵੀ ਘਟੀਆ ਕਿਉਂ ਨਾ ਹੋਵੇ, ਉਹ ਸਤ ਸੰਗਤ ਕਰਦਾ ਰਹਿੰਦਾ, ਇੱਕ ਦਿਨ ਉਹ ਵੀ ਵਧੀਆ ਹੋ ਜਾਂਦਾ ਹੈ। ਪਾਰਸ ਪਰਸ, ਪਰਸ ਹੁੰਦਾ ਛੂਹਣਾ, ਪਾਰਸ ਨੂੰ ਛੂਹ ਕੇ ਲੋਹਾ ਕੰਚਨ, ਲੋਹਾ ਸੋਨਾ ਹੋ ਜਾਂਦਾ ਹੈ। ਇਸ ਤਰ੍ਹਾਂ ਸਤ ਸੰਗ 'ਚ ਆ ਕੇ ਬੰਦਾ ਬਦਲਦਾ ਰਹਿੰਦਾ, ਇੱਕ ਦਿਨ ਆਉਂਦਾ ਹੈ ਉਹੀ ਏਕ ਕਲਾਸ ਇਨਸਾਨ ਹੋ ਜਾਂਦਾ। ਫਿਰ ਅੱਗੇ ਕਿਉਂਕਿ ਅੱਜ ਵੀ ਅਤੇ ਪੁਰਾਣੇ ਜ਼ਮਾਨੇ 'ਚ ਵੀ ਇਸ਼ਨਾਨ ਕਰਨ ਦਾ ਬੜਾ ਰਿਵਾਜ ਸੀ ਸਰੋਵਰਾਂ 'ਚ ਜਾ ਕੇ। ਅਤੇ ਕਬੀਰ ਸਾਹਿਬ ਕਹਿੰਦੇ ਕਾਇਆ ਮਾਂਜਸ ਕੌਣ ਗੁਣਾ, ਗੁਣਾ ਮੈਨੂੰ ਲਾਭ। ਕਹਿੰਦੇ ਸਰੀਰ ਨੂੰ ਮਾਂਜਣ ਦਾ ਕੀ ਲਾਭ ਹੈ। ਜੋ ਘਟ ਪੀਤਰ ਹੈ ਮਲਣਾ, ਤੇਰੇ ਮਨ 'ਚ ਤੇ ਮੈਲ ਹੈ, ਤੇਰੇ ਮਨ 'ਚ ਤੇ ਮੈਲ ਹੈ, ਤੂੰ ਸਰੀਰ ਨੂੰ ਮਾਂਜਣ 'ਤੇ ਲੱਗਾ, ਇਹਦਾ ਕਦੇ ਕੀ ਫਾਇਦਾ। ਸਰੀਰ ਧੋਣ ਨਾਲ ਮਨ ਨਹੀਂ ਸਾਫ਼ ਹੋਇਆ ਕਰਦਾ, ਨਾ ਸਰੀਰ ਧੋਣ ਨਾਲ ਕੋਈ ਪਾਪ ਉਤਰਦੇ ਨੇ। ਜਿਸ ਤਰ੍ਹਾਂ ਪਾਪ ਉਤਰਨ ਫਿਰ ਕੋਈ ਭਜਨ ਬੰਦਗੀ ਕਰਨ ਦੀ ਲੋੜ ਨਹੀਂ, ਕੋਈ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਕੋਈ ਬਾਣੀ ਪੜ੍ਹਨ ਦੀ ਲੋੜ ਨਹੀਂ, ਕੋਈ ਸਤਸੰਗ ਕਰਨ ਦੀ ਲੋੜ ਨਹੀਂ। ਸਾਲ ਬਾਅਦ ਜਾਓ 31 ਦਸੰਬਰ ਨੂੰ ਕਿਸੇ ਗੰਗਾ ਦਰਿਆ 'ਚ ਇਸ਼ਨਾਨ ਕਰੋ, ਸਾਰੇ ਲੈ ਕੇ ਪਾਪ ਜੀ, 1 ਜਨਵਰੀ ਤੋਂ ਫਿਰ ਸ਼ੁਰੂ ਕਰ ਦਿਓ। ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਇਹ ਲੋਕ ਵਿਰੋਧੀ ਹੋ ਜਾਂਦੇ ਸਨ। ਜਦੋਂ ਅਗਲਾ ਸੱਚੀ ਗੱਲ ਕਹਿੰਦਾ ਹੈ ਫਿਰ ਉਹ ਜਿਹੜਾ ਝੂਠੀ ਗੱਲ ਦੇ ਮਗਰ ਲੱਗਾ ਉਹਨੂੰ ਤਾਂ ਔਕੜਾ ਲੱਗੇਗਾ, ਕੁਦਰਤ ਦੀ ਗੱਲ। ਇਸ ਲਈ ਇਹ ਮੁੱਲਾ ਮਲਾਣੇ ਅਤੇ ਪੰਡਤ ਕਬੀਰ ਸਾਹਿਬ ਦੇ ਵਿਰੋਧੀ ਸਨ, ਇਹ ਸੱਚੀਆਂ ਗੱਲਾਂ ਕਰਦੇ ਸਨ। ਅੱਜ ਦੇ ਜ਼ਮਾਨੇ 'ਚ ਠੀਕ ਹੈ, ਜਿਹੜੇ ਥੋੜ੍ਹੇ ਪਤਾ ਜਿਹਨੂੰ ਗਿਆਨ ਹੈ ਥੋੜ੍ਹਾ ਬਹੁਤਾ, ਖਾਸ ਕਰਕੇ ਸਿੱਖਾਂ ਨੂੰ ਤਾਂ ਗਿਆਨ ਹੋਣਾ ਚਾਹੀਦਾ ਹੈ। ਕਬੀਰ ਸਾਹਿਬ ਦੀ ਬਾਣੀ ਨੂੰ ਗੁਰੂ ਮਹਾਰਾਜ ਨੇ ਪਸੰਦ ਕੀਤਾ, ਗੁਰੂ ਮਹਾਰਾਜ ਦੇ ਵਿਚਾਰਾਂ ਨਾਲ ਮਿਲਦੀ ਸੀ ਤਾਂ ਉਹ ਬਾਣੀ ਲੈ ਕੇ ਆਉਣਾ, ਗੁਰੂ ਗ੍ਰੰਥ ਦਰਜ ਕੀਤੀ। ਜੇ ਵਿਚਾਰ ਨਾ ਮਿਲਦੇ ਹੁੰਦੇ ਫਿਰ ਨਹੀਂ ਸੀ ਦਰਜ ਕਰਨੀ। ਸ਼੍ਰੀ ਗੁਰੂ ਗ੍ਰੰਥ ਦੇ 15 ਜਿਹੜੇ ਭਗਤ ਨੇ ਉਹਨਾਂ ਭਗਤਾਂ ਦੀ ਹੀ ਬਾਣੀ ਦਰਜ ਹੈ,
ਜਿਨ੍ਹਾਂ ਭਗਤਾਂ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ ਸਨ। ਕਿਉਂਕਿ ਜੇ ਅੱਡ-ਅੱਡ ਵਿਚਾਰ ਬਾਣੀ 'ਚ ਹੋਏ, ਫਿਰ ਕਹਿੰਦਾ ਆਹ ਮੰਨੀ ਕਿ ਆਹ ਮੰਨੀ, ਆਹ ਮੰਨੀ ਕਿ ਆਹ ਮੰਨੀ, ਨਹੀਂ, ਸਾਰੀ ਬਾਣੀ ਇੱਕੋ ਹੀ ਗੱਲ ਕਹਿੰਦੀ ਹੈ। ਫਿਰ ਉਹਨੂੰ ਸਮਝਾਉਂਦੇ ਨੇ ਬੰਦੇ ਨੂੰ, ਬਹੁ ਪਰਪੰਚ ਕਰ, ਪਰਪੰਚ ਦੇ ਠੱਗੀ ਠੋਰੀ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਠੱਗੀਆਂ ਠੋਰੀਆਂ ਕਰਕੇ ਪਰਾਏ ਧਨ ਨੂੰ ਘਰ ਲੈ ਕੇ ਆਉਂਦਾ ਹੈ। ਸੁੱਤ ਦਾਰਾ ਪੈ ਆਣ ਲੁਟਾਵੇ, ਸੁੱਤ ਹੁੰਦਾ ਪੁੱਤਰ, ਦਾਰਾ ਹੁੰਦੀ ਪਤਨੀ, ਉਹਨੂੰ ਲਿਆ ਕੇ ਦਿੰਦਾ, ਚੱਕੋ ਕੀ ਯਾਦ ਰੱਖੋਗੇ, ਕਰੋ ਐਸ਼। ਕਿਉਂਕਿ ਹਰਾਮ ਦੀ ਕਮਾਈ 'ਚ ਫਿਰ ਉਹ ਇਲ ਗੋਟ ਇਲ ਸਪੈਂਟ, ਇੰਗਲਿਸ਼ ਵਾਲੇ ਕਹਿੰਦੇ ਗਲਤ ਤਰੀਕੇ ਨਾਲ ਕਮਾਇਆ ਹੋਇਆ ਧਨ ਗਲਤ ਤਰੀਕੇ ਨਾਲ ਹੀ ਖਰਚਿਆ ਜਾਂਦਾ ਹੈ। ਜਦੋਂ ਗਲਤ ਤਰੀਕੇ ਦਾ ਧਨ ਤੁਸੀਂ ਘਰ 'ਚ ਲੈ ਕੇ ਆਵੋਗੇ, ਤੁਹਾਡਾ ਪਰਿਵਾਰ ਉਸ ਨੂੰ ਵਰਤੇਗਾ, ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ, ਉਹ ਫਿਰ ਮਾੜੇ ਪਾਸੇ ਨੂੰ ਤੁਰ ਪੈਣਗੇ। ਜਦੋਂ ਮਾੜੇ ਪਾਸੇ ਲੱਗ ਕੇ ਤੁਹਾਡੇ ਲਈ ਘਰ 'ਤੇ ਨਰਕ ਹੋ ਗਿਆ ਹੈ, ਤੁਹਾਡਾ ਘਰ ਤੁਹਾਡੇ ਲਈ ਹੀ ਨਰਕ ਹੋ ਗਿਆ ਹੈ। ਕਿਉਂਕਿ ਤੁਸੀਂ ਹਰਾਮ ਦੀ ਕਮਾਈ ਲਿਆ ਕੇ ਘਰ 'ਚ ਵਰਤੀ, ਉਹ ਜਿੰਨੇ ਖਾਧਾ ਪੀਤਾ ਪਹਿਨਿਆ ਉਹਦੀ ਮੱਤ ਮਾਰੀ ਗਈ। ਕੋਈ ਨਸ਼ਿਆਂ 'ਚ ਪੈ ਗਿਆ, ਕੋਈ ਕਾਸੇ 'ਚ ਪੈ ਗਿਆ, ਕੋਈ ਕਾਸੇ 'ਚ ਪੈ ਗਿਆ। ਇਸ ਲਈ ਕਹਿੰਦੇ ਤੂੰ ਠੱਗੀਆਂ ਠੋਰੀਆਂ ਕਰਕੇ ਪਰਾਇਆ ਧਨ ਲਿਆਉਂਦਾ ਹੈ, ਪੁੱਤ ਅਤੇ ਪਤਨੀ ਨੂੰ ਉਹ ਲੈ ਕੇ ਧਨ ਦਿੰਦਾ ਹੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਭੂਲੇ ਬਣੇ ਭੁੱਲ ਕੇ ਵੀ, ਹੇ ਮੇਰੇ ਮਨ ਭੁੱਲ ਕੇ ਵੀ ਠੱਗੀ ਨਹੀਂ ਕਰੀਦੀ ਕਿਸੇ ਨਾਲ, ਕਿਸੇ ਨੂੰ ਧੋਖਾ ਨਹੀਂ ਦੇਈਦਾ, ਛਲ ਫਰੇਬ ਨਹੀਂ ਕਰੀਦਾ, ਕਪਟ ਨਹੀਂ ਕਰੀਦਾ। ਕਿਉਂ ਨਹੀਂ ਕਰਨਾ? ਅੰਤ ਨਵੇਰਾ ਤੇਰੇ ਜੀ ਪਹਿਲੀ ਜੇ, ਅਖੀਰ ਨੂੰ ਤੇਰੀ ਜਿੰਦ ਨੂੰ ਹੀ ਸਾਰਾ ਹਿਸਾਬ ਦੇਣਾ ਪੈਣਾ ਹੈ। ਜਦੋਂ ਜਿੱਦ ਸਾਡੀ ਕੱਢ ਕੇ ਲੈ ਜਾਣੀ ਹੈ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਹੱਡਾਂ ਨੂੰ ਕੜਕਾ ਕੇ ਸਾਡੀ ਜਿੰਦ ਨੂੰ ਜਿਹੜਾ ਹੈ ਜਮਾਂ ਨੇ ਕੱਢ ਕੇ ਲੈ ਜਾਣਾ। ਉਹ ਸਾਡੀ ਜਿੰਦ ਨੇ ਫਿਰ ਧਰਮਰਾਜ ਦੇ ਸਾਹਮਣੇ ਪੇਸ਼ ਕਰਨਾ ਹੈ। ਉੱਥੇ ਰਜਿਸਟਰ ਚਿੱਤਰਗੁਪਤ ਦਾ ਲੱਗਿਆ ਹੋਇਆ ਹੈ। ਜੋ ਕੁਛ ਵੀ ਅਸੀਂ ਲੋਕਾਂ ਦੇ ਸਾਹਮਣੇ ਅਤੇ ਲੋਕਾਂ ਤੋਂ ਛੁਪਾ ਕੇ ਕੀਤਾ, ਉਹ ਸਾਰਾ ਰਜਿਸਟਰ 'ਚ ਲਿਖਿਆ ਹੋਇਆ। ਉਹਦੇ ਅਨੁਸਾਰ ਫਿਰ ਮਨੁੱਖ ਨੂੰ ਜਿਹੜਾ ਹੈ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਕਹਿੰਦੇ ਤੇਰੀ ਜਿੰਦ ਨੂੰ ਹਿਸਾਬ ਕਿਤਾਬ ਦੇਣਾ ਪੈਣਾ। ਇਸ ਲਈ ਤੂੰ ਇਹ ਕੰਮ ਨਾ ਕਰ, ਠੱਗੀਆਂ ਠੋਰੀਆਂ ਨਾ ਕਰ, ਚੋਰੀਆਂ ਨਾ ਕਰ, ਡਾਕੇ ਨਾ ਮਾਰ, ਮਾੜੇ ਕੰਮ ਨਾ ਕਰ, ਰਿਸ਼ਵਤਾਂ ਨਾ ਲੈ, ਕਿਹਦਾ ਧਨ ਨਾ ਦਬ, ਕਿਹਦੇ ਪੈਸੇ ਲੈ ਕੇ ਬੁੱਕਰ ਨਾ, ਕਿਹਦੀ ਜ਼ਮੀਨ ਨਾ ਦਬ, ਕਿਹਦਾ ਪਲਾਟ ਨਾ ਦਬ। ਕੁਛ ਵੀ ਮਾਇਆ ਦੀ ਖਾਤਰ ਕੋਈ ਹੇਰਾ ਫੇਰੀ ਠੱਗੀ ਠੋਰੀ ਨਹੀਂ ਕਰਨੀ। ਸਿੱਖ ਨੇ ਤਾਂ ਆਪਣਾ ਦਸਾਂ ਉਹਨਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ ਹੈ। ਅੱਗੇ ਕਹਿੰਦੇ ਭੂਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਹੈ ਪ੍ਰਮਾਤਮਾ, ਭੁੱਖਿਆਂ ਰਹਿ ਕੇ ਮੇਰੇ ਤੋਂ ਤੇਰੀ ਭਜਨ ਬੰਦਗੀ ਨਹੀਂ ਹੁੰਦੀ, ਆਹ ਚੱਕ ਆਪਣੀ ਮਾਲਾ। ਗੱਲ ਵੀ ਠੀਕ ਹੈ, ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਕਿਸੇ ਭੁੱਖੇ ਬੰਦੇ ਨੂੰ ਪੁੱਛਿਆ ਤੇਰਾ ਧਰਮ ਕੀ ਹੈ, ਕਹਿੰਦਾ ਰੋਟੀ। ਭੁੱਖੇ ਦਾ ਧਰਮ ਰੋਟੀ ਹੈ ਬਸ। ਸੋ ਕਹਿੰਦੇ ਭਜਨ ਬੰਦਗੀ ਵੀ ਤਾਂ ਹੀ ਹੁੰਦੀ ਹੈ ਜੇ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਹੋਵੇ। ਜੇ ਸਾਨੂੰ ਰੋਟੀ ਦੀ ਅਗਲੇ ਦਿਨ ਚਿੰਤਾ ਪਈ ਰਹਿਣੀ ਹੈ, ਪਰ ਭਜਨ ਬੰਦਗੀ ਲਈ ਤਾਂ ਟਾਈਮ ਹੀ ਨਹੀਂ ਹੋਣਾ। ਭਜਨ ਬੰਦਗੀ ਲਈ ਟਾਈਮ ਨਹੀਂ ਹੁੰਦਾ। ਸਾਡੀ ਗੁੱਡ ਲੱਕ ਹੈ ਕਿ ਅਸੀਂ ਨਾ ਤਾਂ ਬਹੁਤੇ ਵੀਰਾਂ 'ਚ ਵੀ ਸਾਡਾ ਕੋਈ ਬਹੁਤ ਵੱਡਾ ਵਪਾਰ ਹੈ, ਬਹੁਤ ਵੱਡਾ ਕੋਈ ਸ਼ੋਅਰੂਮ ਹੈ, ਬੜਾ ਵੱਡਾ ਬਿਜ਼ਨਸ ਹੈ, ਵੀ ਸਾਡੇ ਕੋਲ ਵੇਲ ਹੀ ਨਹੀਂ। ਸਿਆਣੇ ਕਹਿੰਦੇ ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰਦਰਦੀ। ਜਿੰਨਾ ਜ਼ਿਆਦਾ ਕੰਮ ਹੋਵੇਗਾ ਬਿਜ਼ਨਸ ਦਾ ਖਿਲਾਰਾ, ਤੁਹਾਡੇ ਕੋਲ ਸਮਾਂ ਹੀ ਨਹੀਂ ਬਚਣਾ ਭਜਨ ਬੰਦਗੀ। ਜਿਹੜਾ ਬਹੁਤਾ ਗਰੀਬ ਹੈ, ਜਿਸ ਨੂੰ ਸਵੇਰੇ ਰੋਟੀ ਦੀ ਚਿੰਤਾ ਹੈ, ਉਹ ਵੀ ਨਹੀਂ ਭਜਨ ਬੰਦਗੀ ਕਰ ਸਕਦਾ। ਆਪਾਂ ਹੈਗੇ ਦਰਮਿਆਨਾ ਤਬਕਾ। ਭਜਨ ਬੰਦਗੀ ਦੇ ਪੁਆਇੰਟ ਤੋਂ ਆਪਾਂ ਲੱਕੀ ਹਾਂ। ਸਾਨੂੰ ਕੋਈ ਰੋਟੀ ਪਾਣੀ ਦਾ ਫਿਕਰ ਨਹੀਂ ਕੱਲ੍ਹ ਦਾ ਸਵੇਰੇ, ਅਤੇ ਨਾ ਹੀ ਸਾਡਾ ਕੋਈ ਐਡਾ ਵੱਡਾ ਬਿਜ਼ਨਸ ਹੈ ਕਿ ਸਾਨੂੰ ਵੇਲ ਹੀ ਨਹੀਂ ਹੈਗੀ। ਇਸ ਕਰਕੇ
ਭਜਨ ਬੰਦਗੀ ਲਈ ਦਰਮਿਆਨਾ ਤਬਕਾ ਹੀ ਠੀਕ ਰਹਿੰਦਾ ਹੈ। ਉਹ ਵੀ ਤਾਂ ਜੋ ਉਹਨੂੰ ਸੋਝੀ ਆਵੇ। ਕਈਆਂ ਕੋਲ ਰੋਟੀ ਪਾਣੀ ਬਥੇਰਾ ਹੁੰਦਾ, ਸੋਝੀ ਨਹੀਂ ਮੈਂ ਭਜਨ ਬੰਦਗੀ ਕਰਨੀ ਹੈ। ਉਹਨਾਂ ਨੂੰ ਕਹੀ ਜੋ ਉਹ ਮੰਨਦੇ ਵੀ ਨਹੀਂ ਹੈਗੇ। ਕਹਿੰਦੇ ਕੀ ਪਿਆ ਰਾਮ ਰਾਮ ਕਰਨ ਟੈਂ ਟੈਂ ਕਰਨ, ਅੱਗੋਂ ਇਸ ਤਰ੍ਹਾਂ ਕਰਨ। ਅਸੀਂ ਤਾਂ ਸਮਝਾਉਣਾ ਹੈ, ਅੱਗੋਂ ਅਗਲੇ ਦੀ ਮਰਜ਼ੀ ਹੈ। ਅਸੀਂ ਆਪਣੀ ਮਰਜ਼ੀ ਉਹਨਾਂ 'ਤੇ ਠੋਸਣੀ ਨਹੀਂ ਹੈਗੀ। ਸਾਡਾ ਕੰਮ ਹੈ ਗੁਰੂ ਦੀ ਗੱਲ ਨੂੰ ਪਬਲਿਕ ਤੱਕ ਪਹੁੰਚਾਉਣਾ। ਬਈ ਗੁਰੂ ਮਹਾਰਾਜ ਇਸ ਤਰ੍ਹਾਂ ਕਹਿੰਦੇ, ਅੱਗੇ ਮੰਨਣ ਵਾਲੇ ਦੀ ਮਰਜ਼ੀ ਹੈ। ਮੰਨ ਲਏਗਾ ਸੁਖੀ ਹੋ ਜਾਏਗਾ, ਨਹੀਂ ਤਾਂ ਦੁਖੀ ਤਾਂ ਅਸੀਂ ਹਾਂ ਹੀ। ਇਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਨੂੰ। ਕਿਸੇ ਨੂੰ ਇਹ ਪੁੱਛਣ ਦੀ ਲੋੜ ਨਹੀਂ ਤੂੰ ਦੁਖੀ ਹੈ, ਇਹ ਨਹੀਂ ਪੁੱਛਣ ਦੀ ਲੋੜ। ਪੁੱਛਣ ਦੀ ਲੋੜ ਹੈ ਕਿ ਤੂੰ ਸੁਖੀ ਹੈ। ਜੋ ਤੁਹਾਨੂੰ ਵਿਰਲਾ ਟਾਵੇਂ ਟੱਕਰੇਗਾ। ਗ੍ਰਸਤੀ ਬੰਦੇ 90% ਵਿਚਾਰੇ ਦੁਖੀ ਨੇ, ਬਹੁਤ ਘੱਟ ਸੁਖੀ। ਕੋਈ ਪਤੀ ਵੱਲੋਂ ਦੁਖੀ ਹੈ, ਕੋਈ ਪਤਨੀ ਵੱਲੋਂ ਦੁਖੀ ਹੈ, ਕੋਈ ਧੀ ਵੱਲੋਂ ਦੁਖੀ ਹੈ, ਕੋਈ ਆਪਣੇ ਲੜਕੇ ਵੱਲੋਂ ਦੁਖੀ ਹੈ, ਕੋਈ ਕਾਸੇ ਦੀ ਚਿੰਤਾ ਹੈ, ਕਿਸੇ ਨੂੰ ਕਾਸੇ ਦੀ ਚਿੰਤਾ ਹੈ। ਮਨੁੱਖ ਚਿੰਤਾਵਾਂ 'ਚ ਘਿਰ ਗਿਆ ਹੈ। ਇਸ ਲਈ ਵਿਚਾਰੇ ਕੋਲ ਇੱਕ ਅੱਜ ਬੀਬੀ ਆਈ ਸੀ, ਕਹਿੰਦੇ ਜੀ ਭਜਨ ਬੰਦਗੀ ਕਰਨ ਲੱਗਦੀ ਹਾਂ, ਧਿਆਨ ਕਿਤੇ ਦਾ ਕਿਤੇ ਚਲੇ ਜਾਂਦਾ। ਮੈਂ ਬੀਬਾ ਆਪਾਂ ਕਿ ਗ੍ਰਸਤੀ ਬੰਦੇ ਧਿਆਨ ਟਿਕਣਾ ਬੜਾ ਔਖਾ ਹੁੰਦਾ ਹੈ। ਸਾਡਾ ਕੰਮ ਹੈ ਭਜਨ ਬੰਦਗੀ ਕਰੀ ਜਾਣਾ, ਧਿਆਨ ਟਿਕੇ ਨਾ ਟਿਕੇ। ਕਿਉਂਕਿ ਜਿਹੜਾ ਧਿਆਨ ਇਹ ਤਾਂ ਸਾਡੇ ਵੱਸ 'ਚ ਹੀ ਨਹੀਂ ਹੈ। ਮਨ ਸਾਡੇ ਵੱਸ 'ਚ ਹੀ ਨਹੀਂ ਹੈ। ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਭਗਵਾਨ ਦੀ ਜਾਂ ਗੁਰੂ ਦੀ ਕਿਰਪਾ ਹੋ ਜਾਏ ਤਾਂ ਇਹ ਮਨ ਵੱਸ 'ਚ ਆਉਂਦਾ ਹੈ। ਇਹਦੀ ਚਿੰਤਾ ਵੀ ਨਹੀਂ ਕਰਨੀ। ਜੇ ਤੁਸੀਂ ਇਹ ਚਿੰਤਾ ਕਰੋਗੇ ਨਾ, ਜਿਵੇਂ ਇੱਕ ਬੰਦੇ ਰਾਤ ਨੂੰ ਨੀਂਦ ਨਹੀਂ ਆ ਰਹੀ, ਉਹ ਖਿਜੀ ਜਾਂਦਾ, ਨੀਂਦ ਨਹੀਂ ਆ ਰਹੀ ਹੈ, 12 ਵੱਜ ਗਏ 1 ਵੱਜ ਗਏ, ਖਿਜੀ ਜਾਓਗੇ, ਸਗੋਂ ਨੀਂਦ ਨਹੀਂ ਆਏਗੀ। ਕਿਉਂ? ਤੁਸੀਂ ਖਿਜਣ ਐਕਟਿਵ ਹੋ ਜਾਓਗੇ। ਜਦੋਂ ਬੰਦਾ ਐਕਟਿਵ ਉਹਨੂੰ ਨੀਂਦ ਨਹੀਂ ਆਵੇਗੀ। ਨਹੀਂ ਨੀਂਦ ਆਉਂਦੀ ਨਾ ਸਹੀ, ਆਪਾਂ ਲੇਟੇ ਰਹੋ, ਵਾਹਿਗੁਰੂ 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 ਕਰਦੇ ਰਹੋ। ਜਦੋਂ ਨੀਂਦ ਨੂੰ ਪਤਾ ਲੱਗੇ ਤਾਂ ਇਹ ਤਾਂ ਢੀਠ ਬੰਦਾ ਹੈ, ਉਹਨੇ ਵੀ ਆ ਜਾਣਾ। ਅਸੀਂ ਸੌਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਲਈ ਸਾਨੂੰ ਨੀਂਦ ਨਹੀਂ ਆਉਂਦੀ। ਸੌਣ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਸਹਿਜ ਸੁਭਾਅ ਜਦੋਂ ਨੀਂਦ ਆ ਜਾਏਗੀ ਉਦੋਂ ਸੌਂ ਜਾਓ। ਜਿਵੇਂ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਮੈਂ ਫੋਰਨ ਕੰਟਰੀ ਵਾਲੇ ਟਾਈਮ ਰੱਖਿਆ, ਜਿੰਨਾ ਅਰਦਾਸਾਂ ਕਰਾਉਣੀ। 10 ਵਜੇ ਤੋਂ ਬਾਅਦ ਵਿਹਲਾ ਮੈਂ ਆਪਣਾ ਲੇਟ ਜਾਣਾ, ਆਪਣਾ ਸਿਮਰਨ ਕਰਦਾ ਰਹਿਣਾ। 10:30 11 11:30 ਜਦੋਂ ਨੀਂਦ ਆਉਂਦੀ ਉਦੋਂ ਚੁੱਪ ਕਰਕੇ ਸੌਂ ਜਾਣਾ। ਖਿਜਣ ਦੀ ਕੀ ਲੋੜ ਹੈ? ਭਜਨ ਬੰਦਗੀ ਵੀ ਕਰਨੀ ਹੈ, ਸਵੇਰੇ ਉੱਠ ਕੇ ਵੀ ਕਰਨੀ ਅਤੇ ਸ਼ਾਮ ਨੂੰ ਕਰਨੀ ਹੈ। ਜੇ ਨੀਂਦ ਨਹੀਂ ਆਉਂਦੀ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਟੈਨਸ਼ਨ ਫਰੀ ਰਹੋ। ਸੋ ਸਾਡਾ ਕੰਮ ਹੈ ਭਜਨ ਬੰਦਗੀ ਕਰਨਾ। ਮਨ ਜੁੜਨਾ ਹੈ, ਇਹ ਤਾਂ ਗੁਰੂ ਜੀ ਜਦੋਂ ਕਿਰਪਾ ਹੋਏਗੀ ਆਪੇ ਜੁੜ ਜਾਏਗਾ। ਸੋ ਅਸੀਂ ਆਪਣਾ ਕੰਮ ਕਰਨਾ, ਸਾਨੂੰ ਹੁਕਮ ਹੈ ਭਜਨ ਬੰਦਗੀ ਕਰਨਾ, ਬਸ ਅਸੀਂ ਕਰੀ ਜਾਣਾ, ਮਨ ਲੱਗੇ ਨਾ ਲੱਗੇ। ਅੱਗੇ ਕਹਿੰਦੇ ਜੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ। ਹੇ ਇਨਸਾਨ, ਜਿਸ ਦਾ ਸਿਮਰਨ ਕਰਨ ਨਾਲ ਤੇਰੀ ਗਤੀ ਮੁਕਤੀ ਹੁੰਦੀ ਹੈ, ਸਿਮਰਨ ਕਰਨ ਨਾਲ ਤੇਰੀ ਮੁਕਤੀ ਹੋ ਜਾਣੀ ਹੈ, ਜੰਮਨ ਮਰਤੂ ਤੋਂ ਰਹਿਤ ਹੋ ਜਾਣਾ। ਸੋ ਸਿਮਰਨ ਰੱਖ ਕੰਠ ਪਰੋਏ, ਉਸ ਸਿਮਰਨ ਤੂੰ ਗਲੇ 'ਚ ਪਰੋ ਕੇ ਰੱਖ। ਭਾਵ ਹਰ ਵਕਤ ਸਿਮਰਨ ਕਰਦਾ ਰਹੇ। ਜੇ ਆਪਾਂ ਗਲੇ 'ਚ ਕੋਈ ਹਾਰ ਪਾ ਲਈਏ, ਕੋਈ ਚੇਨੀ ਪਾ ਲਈਏ, ਉਹ ਗਲੇ 'ਚ ਨਹੀਂ ਦੇ, ਜੇ ਆਪਾਂ ਨਾ ਲਾਈਏ। ਇਸ ਤਰ੍ਹਾਂ ਉਹਨੂੰ ਪਰੋ ਕੇ ਰੱਖੋ ਕਦੇ ਆਪਣੇ। ਭਾਵ ਆਪਣੇ ਮੂੰਹ ਦੇ ਨਾਲ, ਮੁਖ ਨਾਲ ਸਿਮਰਨ ਕਰਦੇ ਰਹੋ, ਕਰਦੇ ਰਹੋ। ਇਹਦੇ ਨਾਲ ਕਹਿੰਦੇ ਤੁਹਾਨੂੰ ਮੁਕਤੀ ਮਿਲੇਗੀ, ਜੰਮਣ ਮਰਨ ਤੋਂ ਰਹਿਤ ਹੋ ਜਾਵੇ। ਹੋਰ ਸਿਮਰਨ ਦੇ ਜਿਹੜੇ 100 ਲਾਭ ਨੇ ਉਹ ਵੀ ਪ੍ਰਾਪਤ ਹੋ ਜਾਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ 101 ਲਾਭ ਲਿਖਿਆ ਸਿਮਰਨ ਦਾ। 101 ਲਾਭ ਸਿਮਰਨ ਦਾ ਲਿਖਿਆ ਹੈ। ਇਸ ਲਈ ਸਿਮਰਨ ਕਰਦੇ ਰਹੋ, ਉਹ ਲਾਭ। ਮੈਂ ਫਿਰ ਇੱਕ ਦਿਨ ਸੋਚਣ ਲੱਗ ਗਿਆ ਵੀ ਕਿਹੜੀ ਗੱਲ ਹੈ ਜਿਹੜੀ ਸਿਮਰਨ ਨਾਲ ਨਹੀਂ ਹੁੰਦੀ, ਮੈਨੂੰ ਕੋਈ ਲੱਭੀ ਹੋਈ ਨਹੀਂ ਹੈ। ਜਿਵੇਂ ਕਹਿੰਦੇ ਇੱਕ ਰੁੱਖ 100 ਸੁੱਖ, ਅਸੀਂ ਰੁੱਖ ਇੱਕੋ ਲਾਭ ਲਈ ਬੀਜਿਆ ਸੀ। ਤੁਸੀਂ ਘਰ 'ਚ ਅਮਰੂਦ ਲਾਇਆ, ਅਮਰੂਦ ਖਾਣ ਲਈ ਲਾਇਆ। ਤੁਸੀਂ ਘਰ 'ਚ ਅੰਬ ਲਾਇਆ, ਅੰਬ ਖਾਣ ਲਈ ਲਾਇਆ। ਜੇ ਤੁਸੀਂ ਨਿੰਮ ਲਾ ਲਈ, ਕੋਈ ਹੋਰ ਲਾ ਲਿਆ, ਫਿਰ ਜਾਂ ਦਾਤਨ ਕਰੀ ਲਾਇਆ ਜਾਂ ਛਾਂ ਲਈ ਲਾਇਆ ਹੈ। ਪਰ ਜਿਹੜਾ ਫਲਦਾਰ ਦਰਖਤ ਉਹਦਾ ਤੁਸੀਂ ਫਲ ਖਾਣ ਲਈ ਲਾਇਆ ਹੈ। ਫਲ ਤਾਂ ਤੁਹਾਨੂੰ ਮਿਲ ਗਿਆ,
ਪਰ ਜਿਹੜੇ ਨਾਲ 99 ਦਰਖਤ ਦੇ ਲਾਭ ਨੇ ਉਹ ਤੁਹਾਨੂੰ ਵੈਸੇ ਹੀ ਮਿਲ ਗਏ। ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਦੀ ਪ੍ਰਾਪਤੀ ਤਾਂ ਹੋ ਗਈ, ਮੁਕਤੀ ਤਾਂ ਹੋ ਗਈ, ਪਰ ਜਿਹੜੇ ਬਾਕੀ ਲਾਭ ਨੇ ਉਹ ਵੈਸੇ ਨਾਲ ਨਾਲ ਹੋਈ ਜਾਣੇ ਹੁਣ। ਇਸ ਲਈ ਜਿੰਨਾ ਵੀ ਸਮਾਂ ਮਿਲੇ ਸਿਮਰਨ ਕਰਦੇ ਰਹੀਦਾ ਹੁੰਦਾ। ਬਾਣੀ ਦਾ ਸ਼ੌਕ ਹੈ, ਬਾਣੀ ਪੜ੍ਹ ਜਾਓ, ਇੱਕੋ ਹੀ ਗੱਲ ਹੈ। ਬਾਣੀ ਵੀ ਸੱਚਖੰਡ ਤੋਂ ਆਈ ਹੈ ਅਤੇ ਗੁਰਮੰਤਰ ਵੀ ਸੱਚਖੰਡ ਤੋਂ ਆਇਆ ਹੋਇਆ ਹੈ। ਗੁਰੂ ਨਾਨਕ ਦੇਵ ਨੂੰ ਸੱਚਖੰਡ ਦੇ ਵਿੱਚ ਹੀ ਗੁਰਮੰਤਰ ਦਿੱਤਾ ਸੀ ਪਰਮਾਤਮਾ ਨੇ। ਉਹਨਾਂ ਨੇ ਆ ਕੇ ਫਿਰ ਅੱਗੇ ਸਾਨੂੰ ਗੁਰਮੰਤਰ ਦੇਣਾ ਸ਼ੁਰੂ ਕੀਤਾ। ਇਸ ਲਈ ਬਾਣੀ ਵੀ ਤਾਕਤਵਰ ਹੈ, ਸਿਮਰਨ ਵੀ ਤਾਕਤਵਰ ਹੈ। ਇਹਨਾਂ ਦਾ ਆਪਣੀ ਆਪਣੀ ਰੁਚੀ ਹੁੰਦੀ ਹੈ। ਜਿਵੇਂ ਇੱਕ ਮੈਨੂੰ ਮਹਾਂਪੁਰਖ ਕਹਿੰਦੇ ਮੇਰੀ ਰੁਚੀ ਮੂਲ ਮੰਤਰ 'ਚ, ਮੈਂ ਹੁਕਮਨਾਮਾ ਲਿਆ, ਮੈਂ ਹਾਂ ਜੀ ਅਗਲੇ ਸਾਲ ਤੱਕ ਤੁਹਾਡੀ ਗੱਲ ਬਣ ਜਾਏਗੀ, ਮੂਲ ਮੰਤਰ ਜਪ ਕਰਦੇ ਰਹੋ। ਗੱਲ ਤਾਂ ਉਹਦੀ ਭਜਨ ਬੰਦਗੀ ਕਰਨ ਤੋਂ ਹੈ। ਕਿਸੇ ਸ਼ਬਦ ਦਾ ਜਾਪ ਕਰ ਲਓ, ਮੂਲ ਮੰਤਰ ਦਾ ਜਾਪ ਕਰ ਲਓ, ਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਭਜਨ ਬੰਦਗੀ ਕਰਨੀ ਚਾਹੀਦੀ ਹੈ। ਜਿਹੜਾ ਮੁੱਖ ਜਿਹੜਾ ਨਿਸ਼ਾਨਾ ਹੈ ਸਾਡਾ ਭਜਨ ਬੰਦਗੀ ਹੈ। ਪੁਰਾਣੇ ਜ਼ਮਾਨੇ ਕੀ ਹੁੰਦਾ ਸੀ, ਲੋਕ ਜਾਨਵਰਾਂ ਨੂੰ ਮਾਰਦੇ ਸਨ ਅਤੇ ਫਿਰ ਕਹਿੰਦੇ ਸੀ ਇਹ ਤਾਂ ਧਰਮ ਅਨੁਸਾਰ ਹੈ। ਕਬੀਰ ਸਾਹਿਬ ਕਹਿੰਦੇ ਵੀ ਕਮਾਲ ਦੇ ਤੁਸੀਂ ਬੰਦੇ ਹੋ, ਜੀ ਬੱਧੋ, ਬੱਧ ਹਿੰਦੀ ਦਾ ਸ਼ਬਦ ਹੈ ਮਾਰਨਾ, ਜੀ ਬੱਧੋ, ਤੁਸੀਂ ਜੀਵਾਂ ਨੂੰ ਮਾਰਦੇ ਹੋ, ਸੋ ਧਰਮ ਕਰ ਥੱਪ, ਪਰ ਕਹਿੰਦੇ ਇਹ ਤਾਂ ਧਰਮ ਦੇ ਅਨੁਸਾਰ ਹੈ ਜੀ, ਇਹ ਤਾਂ ਧਰਮ ਦੇ ਅਨੁਸਾਰ ਹੈ। ਕਹਿੰਦੇ ਜੇ ਜੀਵਾਂ ਨੂੰ ਮਾਰਨਾ ਧਰਮ ਦੇ ਅਨੁਸਾਰ ਹੈ, ਅਧਰਮ ਕਹੋ ਕਤ ਭਾਈ, ਫਿਰ ਤੁਸੀਂ ਅਧਰਮ ਕਿਹਨੂੰ ਕਹੋਗੇ? ਜੇ ਜੀਵਾਂ ਨੂੰ ਮਾਰਨਾ ਧਰਮ ਹੈ ਤਾਂ ਫਿਰ ਅਧਰਮ ਤੁਸੀਂ ਕਿਹਨੂੰ ਕਹੋਗੇ? ਹੁਣ ਫਿਰ ਜੀਵਾਂ ਨੇ ਜਿਹੜੇ ਮਾਰ ਮਾਰ ਕੇ ਖਾਂਦੇ ਉਹਨੇ ਕਬੀਰ ਸਾਹਿਬ ਦੇ ਉਲਟ ਤਾਂ ਹੋਣਾ ਹੀ ਸੀ। ਉਹ ਤਾਂ ਹੋਣਾ ਹੀ ਸੀ ਵੀ ਜੀਵਾਂ ਨੂੰ ਮਾਰ ਮਾਰ ਕੇ ਖਾਂਦੇ। ਨਹੀਂ, ਸਾਡੇ ਧਰਮ 'ਚ ਜੀਵ ਮਾਰਨਾ ਜਿਹੜਾ ਜੀਵਾਂ ਨੂੰ ਖਾਣਾ, ਹਾਂਜੀ ਆਗਿਆ ਜੀ ਕਿ ਖਾਓ। ਫਿਰ ਕਬੀਰ ਸਾਹਿਬ ਬੈਠੇ ਗੰਗਾ ਨਦੀ ਦੇ ਕੰਢੇ 'ਤੇ, ਕੁਝ ਲੋਕ ਮੱਛੀਆਂ ਫੜ ਰਹੇ ਸਨ। ਕਹਿੰਦੇ ਕਬੀਰ ਸਾਹਿਬ ਤੁਸੀਂ ਮੱਛੀ ਨਹੀਂ ਖਾਂਦੇ? ਕਹਿੰਦੇ ਭਾਈ ਸਾਨੂੰ ਤਾਂ ਗਿਆਨ ਹੈ। ਕਹਿੰਦੇ ਕਾਹਦਾ ਗਿਆਨ ਹੈ? ਕਹਿੰਦੇ ਜੇ ਮੈਂ ਇੱਕ ਮੱਛੀ ਖਾਵਾਂਗਾ ਮੈਨੂੰ ਇੱਕ ਜਨਮ ਮੱਛੀ ਦਾ ਲੈਣਾ ਪਏਗਾ, ਅਤੇ ਜੇ ਸਾਰੀ ਉਮਰ 'ਚ ਮੈਂ 100-200 ਮੱਛੀਆਂ ਖਾਈ, ਇੰਨੇ ਜਨਮ ਤਾਂ ਮੈਨੂੰ ਮੱਛੀ ਦੇ ਲੈਣੇ ਪੈ ਜਾਣਗੇ, ਇੰਨੇ ਜਨਮ ਤਾਂ ਮੈਨੂੰ ਮੱਛੀ ਦੇ ਲੈਣੇ ਪੈ ਜਾਣਗੇ। ਇਸ ਲਈ ਮੈਂ ਨਹੀਂ ਖਾਂਦਾ, ਨਹੀਂ ਖਾਂਦਾ। ਐਕਚੁਅਲੀ ਸੰਸਾਰ ਦੇ ਜਿੰਨੇ ਧਾਰਮਿਕ ਲੋਕ ਨੇ ਸਮਾਂ ਪਾ ਕੇ ਜੋ ਪਹਿਲਾਂ ਮੀਟ ਖਾਂਦੇ ਛੱਡ ਜਾਂਦੇ ਨੇ ਵੀ ਹੋਰ ਬਹੁਤ ਕੁਝ ਖਾਣ ਨੂੰ ਹੈ, ਬੜਾ ਕੁਝ ਖਾਣ ਨੂੰ ਹੈ। ਹੁਣ ਡਾਕਟਰ ਮੈਨੂੰ ਕਹੇ ਦੁੱਧ ਨਹੀਂ ਪੀਣਾ ਜੀ, ਦਹੀਂ ਨਹੀਂ ਖਾਣਾ ਜੀ, ਲੱਸੀ ਨਹੀਂ ਖਾਣਾ ਜੀ, ਕਣਕ ਦਾ ਆਟਾ ਨਹੀਂ ਖਾਣਾ ਜੀ, ਚੱਲ ਠੀਕ ਹੈ ਨਹੀਂ ਖਾਂਦੇ ਜੀ। ਹੋਰ ਬੜਾ ਕੁਛ ਖਾਣ ਨੂੰ, ਜ਼ਰੂਰੀ ਵੀ ਇਹੀ ਖਾਣਾ, ਜਿਹੜੀ ਚੀਜ਼ ਨਹੀਂ ਫਿੱਟ ਛੱਡਦੇ ਛੱਡਦੇ। ਬੜਾ ਅਜੀਬ ਲੱਗਦਾ ਦੇਖਣ ਨਾਲ। ਦੁੱਧ ਨਹੀਂ ਪੀਣਾ ਜੀ, ਦਹੀਂ ਨਹੀਂ ਖਾਣਾ ਜੀ, ਲੱਸੀ ਨਹੀਂ ਪੀਣੀ ਜੀ, ਕਣਕ ਦੀ ਰੋਟੀ ਨਹੀਂ ਖਾਣੀ ਜੀ। ਕਈ ਚੀਜ਼ ਤਾਂ ਵੈਸੇ ਮੈਨੂੰ ਪਹਿਲਾਂ ਹੀ ਬੰਦ ਸਨ। ਸਾਗ, ਸਰੋਂ ਦਾ ਸਾਗ ਬੰਦ, ਜਿਹੜਾ ਹੈ ਗੋਭੀ ਬੰਦ ਹੈ, ਅਲਸੀ ਦੀਆਂ ਪਿੰਨੀਆਂ ਬੰਦ ਨੇ, ਕਈ ਕੁਝ ਵੈਸੇ ਹੀ ਬੰਦ ਸੀ ਮੈਨੂੰ, ਨਾਲ ਇਹ ਵੀ ਹੋ ਗਿਆ। ਇਸ ਦੇ ਬਾਵਜੂਦ ਬਹੁਤ ਖਾਣ ਨੂੰ ਹੈ। ਹੁਣ ਤਾਂ ਮੇਰਾ ਰੋਟੀ ਖਾਣ ਨੂੰ ਜੀਅ ਹੀ ਨਹੀਂ ਕਰਦਾ, ਮੈਂ ਫਲ ਸਾਗ ਖਾਈ ਜਾਣਾ, ਹਰੀਆਂ ਸਬਜ਼ੀਆਂ ਖਾਈ ਜਾਣਾ। ਕਦੇ ਕਦੇ ਜੇ ਬਹੁਤ ਬੀਬੀਆਂ ਕਹਿ ਦਿੰਦੀਆਂ ਮੈਂ 2 ਬੁਰਕੀਆਂ ਰੋਟੀ ਦੇ ਖਾ ਲੈਣੀ, ਉਹ ਵੀ ਜਾਂ ਬਾਜਰੇ ਦੀ, ਜਾਂ ਜਵਾਂ ਦੀ, ਜਾਂ ਰਾਗੀ ਦੀ, ਕਿਉਂਕਿ ਛੋਲਿਆਂ 'ਤੇ ਮੈਨੂੰ ਫਿੱਟ ਨਹੀਂ ਹੈ, ਐਲਰਜੀ ਹੁੰਦੀ ਮੈਨੂੰ। ਪਹਿਲਾਂ ਮੈਂ ਸੋਚਿਆ ਵੀ ਚਲੋ ਯਾਰ ਬਾਜਰੇ ਦੀ ਰੋਟੀ ਤਾਂ ਬਚਪਨ 'ਚ ਖਾਧੀ ਹੈ, ਬਠਿੰਡੇ ਜ਼ਿਲ੍ਹੇ ਬੜਾ ਬਾਜਰਾ ਹੁੰਦਾ ਸੀ, ਬਈ ਇਹ ਰਾਗੀ ਕੀ ਬਲਾ ਹੈ, ਕਦੇ ਸੁਣਿਆ ਸੀ ਨਾ, ਦੇਖਿਆ ਦੁੱਖਿਆ ਨੇ। ਜਵਾਰ ਪਤਾ ਨਹੀਂ ਸਵਾਦ ਲੱਗੇ ਕਿ ਨਾ ਲੱਗੇ। ਜਦੋਂ ਮੈਂ ਪਹਿਲੇ ਦਿਨ ਬਾਜਰਾ ਖਾਧਾ ਵੀ ਮੈਨੂੰ ਸਵਾਦ ਲੱਗਾ, ਅਗਲੇ ਦਿਨ ਜਵਾਰ ਖਾਧੀ ਉਹ ਵੀ ਸਵਾਦ ਲੱਗੀ, ਅਗਲੇ ਰਾਗੀ ਖਾਧੀ ਉਹ ਸਭ ਤੋਂ ਸਵਾਦ ਲੱਗੀ। ਮੈਂ ਠੀਕ ਆਪਣੇ ਜ਼ਰੂਰੀ ਕਣਕ ਖਾਣੀ। ਸਾਰੇ ਡਾਕਟਰ ਕਹਿੰਦੇ 50 ਸਾਲ ਤੋਂ ਬਾਅਦ ਕਣਕ ਬੰਦ ਕਰ ਦੇਣੀ ਚਾਹੀਦੀ, ਇਹ 'ਚ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਕਈ ਬੱਚਿਆਂ ਨੂੰ ਜੰਮਦੇ ਹੀ ਕਣਕ ਤੋਂ ਐਲਰਜੀ ਹੈ। ਮੇਰੇ ਕੋਲ ਆਉਂਦੇ ਨੇ ਕਈ ਪਰ ਅਰਦਾਸ ਕਰਾਉਣ, ਸਾਡੇ ਬੱਚੇ ਨੂੰ ਕਣਕ ਤੋਂ ਐਲਰਜੀ ਹੈ। ਖੈਰ, ਕਹਿਣ ਦਾ ਮੇਰਾ ਭਾਵ ਹੈ 36 ਪ੍ਰਕਾਰ ਦਾ ਭੋਜਨ ਹੈ, ਜੇ ਤੁਹਾਡਾ 4 ਜਾਂ 5 ਪ੍ਰਕਾਰ ਦਾ ਬੰਦ ਵੀ ਹੋ ਗਿਆ, 31 ਬਾਕੀ 31 ਹੈ, ਉਹ ਖਾ ਲਓ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ, ਇਸ ਲਈ
ਧਾਰਮਿਕ ਲੋਕ ਮੀਟ ਨਹੀਂ ਖਾਂਦੇ। ਉਹਨਾਂ ਦਾ ਨਹੀਂ ਜੀ ਕਰਦਾ ਵੀ ਅਸੀਂ ਜਾਨ, ਜਿਵੇਂ ਸਾਡੇ 'ਚ ਜਾਨ ਹੈ ਐਂ ਜਾਨਵਰਾਂ 'ਚ ਜਾਨ ਹੈ। ਚਲੋ ਇੱਕ ਤਾਂ ਜਾਨਵਰ ਹੈ ਸਾਨੂੰ ਨੁਕਸਾਨ ਪਹੁੰਚਾ ਰਿਹਾ, ਸਾਡੇ ਘਰ ਸੱਪ ਆ ਕੇ ਵੜ ਗਿਆ, ਸਾਡਾ ਫਰਜ਼ ਬਣਦਾ ਉਹਨੂੰ ਮਾਰੀਏ, ਨਹੀਂ ਮਾਰਾਂਗੇ ਸਾਨੂੰ ਮਾਰੇਗਾ। ਚੂਹਾ ਘਰ 'ਚ ਆ ਵੜਿਆ, ਸਾਡਾ ਫਰਜ਼ ਬਣਦਾ ਉਹਨੂੰ ਮਾਰੀਏ, ਨਹੀਂ ਮਾਰਾਂਗੇ ਸਾਡੀ ਚੀਜ਼ਾਂ ਟੁੱਕ ਦੇਗਾ ਜੀ। ਟਿੱਡੀਆਂ ਆ ਗਈਆਂ ਨੇ, ਸਾਡਾ ਫਰਜ਼ ਬਣਦਾ ਨਹੀਂ ਸਾਡੇ ਕੱਪੜੇ ਟੁੱਕ ਦੇਣਗੇ। ਕਾਕਰੋਚ ਆ ਗਏ ਨੇ, ਉਹਨੂੰ ਮਾਰਨਾ ਸਾਡਾ ਫਰਜ਼ ਬਣਦਾ ਤੇ ਤੁਹਾਡੀ ਰਸੋਈ 'ਚ ਸਾਰਾ ਗੰਦ ਪਾ ਜਾਣਗੇ ਉਹ। ਦੁਸ਼ਮਣ ਤੁਹਾਡੇ ਘਰ ਆ ਗਿਆ ਹੈ ਹਥਿਆਰ ਲੈ ਕੇ, ਤੁਹਾਡਾ ਫਰਜ਼ ਬਣਦਾ ਉਹਨੂੰ ਮਾਰ ਦਿਓ ਭਾਵੇਂ। ਹਾਂਜੀ, ਜਿਹੜਾ ਦੁਸ਼ਮਣ ਹੈ ਸਾਡਾ, ਹੁਣ ਮੱਛਰ ਹੈ, ਨਹੀਂ ਮਾਰੋਗੇ ਤੁਹਾਨੂੰ ਮਾਰੇਗਾ। ਟੁੱਟਿਆ ਜਿਹਾ ਮੱਛਰ ਦਾਰਾ ਪਹਿਲਵਾਨ ਨੂੰ ਲੜ ਜਾਵੇ ਉਹਨੂੰ ਢਾਲੂਗਾ, ਇੰਨਾ ਖਤਰਨਾਕ ਹੈ, ਰਤੀਕ ਹੁੰਦਾ। ਕਿਆ ਤਾਕਤ ਹੈ, ਬੰਦਾ ਸਾਹਮਣੇ ਕੁਛ ਵੀ ਨਹੀਂ ਹੈ। ਉਹ ਤਾਂ ਮੱਛਰ ਲੜਾ ਕੰਬਲ ਲਾਉਂਦਾ, ਹਾਂ ਇੱਕ ਰਜਾਈ ਦੇ ਉੱਤੇ ਦੂਜੀ ਵੀ ਦਿਓ, ਇੰਨੀ ਕਈ ਵਾਰੀ ਕੰਪਨੀ ਲੱਗਦੀ ਹੈ। ਸੋ ਜੋ ਸਾਡਾ ਦੁਸ਼ਮਣ ਹੈ ਉਸ ਨੂੰ ਮਾਰਨਾ, ਉਹ ਸਾਡੇ ਘਰ ਆ ਗਿਆ ਹੈ, ਸਾਨੂੰ ਨੁਕਸਾਨ ਪਤਾ ਹੈ ਇਹ ਸਾਡਾ ਨੁਕਸਾਨ ਕਰੇਗਾ, ਉਸ ਨੂੰ ਮਾਰਨਾ ਜਿਹੜਾ ਹੈ ਇਹ ਕੋਈ ਧਰਮ ਨੂੰ ਇਹ ਨਹੀਂ ਕਹਿੰਦਾ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ। ਪਰ ਇੱਕ ਜਾਨਵਰ ਨੇ ਸਾਡਾ ਕੋਈ ਨੁਕਸਾਨ ਹੀ ਨਹੀਂ ਕੀਤਾ, ਉਹਨੂੰ ਫਿਰ ਮਾਰਨ ਦਾ ਤਾਂ ਸਾਡਾ ਕੋਈ ਫਰਜ਼ ਹੀ ਨਹੀਂ ਬਣਦਾ ਹੈਗਾ। ਇਸ ਲਈ ਕਬੀਰ ਸਾਹਿਬ ਕਹਿੰਦੇ ਜੇ ਤੁਸੀਂ ਮਾਸ ਖਾਣ ਨੂੰ, ਜੀਵਾਂ ਨੂੰ ਮਾਰਨਾ ਧਰਮ ਕਹਿੰਦੇ ਹੋ, ਫਿਰ ਅਧਰਮ ਕਿਸ ਨੂੰ ਕਹੋਗੇ? ਫਿਰ ਧਰਮ ਦੇ ਵਿਰੁੱਧ ਕੀ ਹੋ ਗਿਆ? ਅੱਗੇ ਕਹਿੰਦੇ ਬਨੇ ਬਸੇ ਕਿਉਂ ਪਾਈਏ, ਜੋ ਲੋ ਮਨੋ ਨਾ ਤਜੈ ਬਿਕਾਰ। ਹੇ ਇਨਸਾਨ, ਤੂੰ ਜੰਗਲਾਂ ਜਾ ਕੇ ਵਸਦਾ ਹੈ, ਪਰ ਜਿੰਨਾ ਚਿਰ ਤੂੰ ਮਨ ਦੇ ਵਿੱਚ ਬੁਰਾਈਆਂ ਨਹੀਂ ਛੱਡਦਾ, ਜੰਗਲ 'ਚ ਜਾ ਕੇ ਵਸਣ ਦਾ ਕਿਆ ਫਾਇਦਾ ਬਈ? ਉੱਥੇ ਜਾਣ ਦਾ ਫਾਇਦਾ? ਬੁਰਾਈਆਂ ਦੇ ਨਾਲ ਹੀ ਚਲੀ ਗਈਆਂ। ਪਰ ਜਾਂ ਤਾਂ ਬੁਰਾਈਆਂ ਨੂੰ ਘਰ ਛੱਡ ਜਾਂਦਾ ਅਤੇ ਫਿਰ ਜੰਗਲ 'ਚ ਜਾਂਦਾ, ਫਿਰ ਤਾਂ ਕੋਈ ਗੱਲ ਸੀ। ਜੇ ਨਾਲ ਹੀ ਬੁਰਾਈਆਂ ਨੇ ਫਿਰ ਕਹਿੰਦੇ ਜੰਗਲ ਜਾਣ ਦਾ ਕਿਆ ਫਾਇਦਾ? ਫਿਰ ਜਿੱਥੇ ਤੁਸੀਂ ਹੈਗੇ ਉੱਥੇ ਹੀ ਰਹਿ ਜਾਓ। ਸੋ ਇਸ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਲੋਕ ਇਹ ਗ੍ਰਸਥੀ ਜੀਵਨ ਤੋਂ ਡਰ ਜਾਂਦੇ ਸਨ ਵੀ ਇਹ ਬੜੇ ਝੰਜਟ ਨੇ ਜੀ, ਇਹ ਭਜਨ ਬੰਦਗੀ ਨਹੀਂ ਹੁੰਦੀ ਜੀ, ਘਰ-ਬਾਰ ਛੱਡੋ ਜੀ, ਜੰਗਲਾਂ ਚਲੇ ਜਾਓ। ਵੀ ਭਲਿਓ ਮਾਣਸ, ਫਿਰ ਗ੍ਰਸਤੀਆਂ ਦੇ ਤੁਸੀਂ ਮੰਗਣ ਆਉਂਦੇ ਹੋ। ਜਦੋਂ ਮੁੜ ਕੇ ਗ੍ਰਸਤੀਆਂ ਕੱਪੜੇ ਚਾਹੀਦੇ ਤਾਂ ਵੀ ਗ੍ਰਸਤੀਆਂ ਕੋਲ ਆਉਣਾ, ਆਟਾ ਚਾਹੀਦਾ ਤਾਂ ਵੀ ਗ੍ਰਸਤੀਆਂ ਕੋਲ ਆਉਣਾ। ਜੇ ਤੁਸੀਂ ਮੁੜ ਕੇ ਗ੍ਰਸਤੀਆਂ ਕੋਲ ਆਉਣਾ ਫਿਰ ਰਹੋ ਹੀ ਗ੍ਰਸਤ 'ਚ, ਫਿਰ ਘਰ ਪਰ ਛੱਡਣ ਦੀ ਕੀ ਲੋੜ ਹੈ? ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਸੀ ਭਾਈ ਬੁਰਾਈਆਂ ਛੱਡੋ, ਘਰ ਛੱਡਣ ਦੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਸਿੱਖ ਧਰਮ ਵੀ ਇਹੀ ਕਹਿੰਦਾ ਕਿ ਸਾਨੂੰ ਘਰ-ਬਾਰ ਛੱਡਣ ਦੀ ਲੋੜ ਨਹੀਂ, ਘਰ ਨੂੰ ਹੀ ਜੰਗਲ ਬਣਾ ਲਓ, ਘਰ ਨੂੰ ਹੀ ਗੁਰਦੁਆਰਾ ਬਣਾ ਲਓ। ਜੇ ਤੁਸੀਂ ਘਰ ਨੂੰ ਗੁਰਦੁਆਰਾ ਬਣਾ ਲਓਗੇ, ਕਿਤੇ ਜਾਣ ਦੀ ਲੋੜ ਹੀ, ਤੁਹਾਡਾ ਘਰ ਹੀ ਗੁਰਦੁਆਰਾ ਹੈ। ਘਰ ਨੂੰ ਗੁਰਦੁਆਰਾ ਬਣਾਉਣ ਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਘਰ 'ਚ ਲੈ ਆਓ, ਐਂ ਨਹੀਂ ਘਰ ਗੁਰਦੁਆਰਾ ਬਣਦਾ। ਜਦੋਂ ਅਸੀਂ ਬੁਰਾਈਆਂ ਛੱਡ ਕੇ ਪਰਿਵਾਰ ਦੇ ਜੀ ਭਜਨ ਬੰਦਗੀ ਕਰਨ ਲੱਗੇ, ਤੁਹਾਡਾ ਘਰ ਹੀ ਗੁਰਦੁਆਰਾ ਹੋ ਗਿਆ। ਗੁਰਦੁਆਰੇ ਜਾ ਕੇ ਸ਼ਾਂਤੀ ਮਿਲਦੀ ਹੈ। ਕਈ ਲੋਕ ਉੱਥੇ ਬੈਠ ਕੇ ਭਜਨ ਬੰਦਗੀ ਸੁਣਦੇ ਨੇ, ਕਈ ਬੈਠ ਕੇ ਭਜਨ ਬੰਦਗੀ ਕਰਦੇ ਨੇ। ਜਦੋਂ ਤੁਸੀਂ ਆਪ ਹੀ ਆਪਣੇ ਘਰ 'ਚ ਜੀ ਭਜਨ ਬੰਦਗੀ ਕਰਨ ਲੱਗ ਜਾਓਗੇ, ਸ਼ੁਭ ਕਰਮ ਕਰਨ ਲੱਗ ਜਾਓਗੇ, ਤੁਹਾਡਾ ਘਰ ਹੀ ਗੁਰਦੁਆਰਾ ਹੋ ਜਾਵੇਗਾ। ਇਸ ਲਈ ਕਹਿੰਦੇ ਛੱਡਣ ਦੀ ਕੋਈ ਚੀਜ਼ ਲੋੜ ਨਹੀਂ ਹੁੰਦੀ ਹੈਗੀ, ਬੁਰਾਈਆਂ ਛੱਡਣ ਦੀ ਲੋੜ ਹੈ। ਅੱਗੇ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਲਾਹੋ ਮੈਨੇ ਲਾਭ। ਭਜੋ ਗੋਬਿੰਦ, ਪਰਮਾਤਮਾ ਦਾ ਭਜਨ ਕਰੋ, ਭੂਲ ਮਤ ਜਾਹੋ। ਭੁੱਲ ਨਹੀਂ ਜਾਣਾ ਕਦੇ ਵੀ ਉਹ ਜੀ ਮੈਂ ਤਾਂ ਭੁੱਲ ਗਿਆ ਜੀ। ਕਹਿੰਦੇ ਭੁੱਲਣਾ ਨਹੀਂ ਹੈ, ਭੁੱਲਣਾ ਨਹੀਂ ਹੈ, ਪਰਮਾਤਮਾ ਦੀ ਭਜਨ ਬੰਦਗੀ ਕਰਨੀ। ਮਾਨਸ ਜਨਮ ਕਾ ਇਹੀ ਲਾਭ, ਮਨੁੱਖਾ ਜਨਮ ਦੇ ਇਹੀ ਲਾਭ ਹੈ ਕਿ ਕਿਉਂਕਿ ਭਜਨ ਬੰਦਗੀ ਹੋਰ ਕਿਸੇ ਜੀਵਨ 'ਚ ਨਹੀਂ ਹੋ ਸਕਦੀ। ਕੋਈ ਪਸ਼ੂ ਪੰਛੀ ਭਜਨ ਬੰਦਗੀ ਨਹੀਂ ਕਰ ਸਕਦਾ, ਉਹ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਗਟ ਨਹੀਂ ਕਰ ਸਕਦਾ। ਇਹ ਇੱਕ ਮਨੁੱਖਾ ਜੀਵਨ ਹੀ ਹੈ। ਜਿਵੇਂ ਦੇਵਤੇ ਨੇ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਉਹਨੇ ਕਿਉਂ? ਉਹ ਅਧੂਰੇ ਰਹਿ ਗਏ। ਮਨੁੱਖਾਂ ਤੋਂ ਤਾਂ ਉੱਪਰ ਚਲੇ ਗਏ ਭਜਨ ਬੰਦਗੀ ਕਰਦੇ ਕਰਦੇ, ਪਰ ਉਹ ਅਧੂਰੇ ਰਹਿ ਗਏ, ਪਰਮਾਤਮਾ ਤੱਕ ਪਹੁੰਚ ਹੀ ਨਹੀਂ ਸਕੇ, ਉਹ ਦੇਵਤੇ ਬਣ ਗਏ। ਇਸ ਦੇਹੀ ਕੋ ਸਿਮਰਨ ਦੇਵ। ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਚਾਹੁੰਦੇ ਨੇ ਕਿ ਹੇ ਪਰਮਾਤਮਾ ਸਾਨੂੰ ਦੁਬਾਰਾ ਮਨੁੱਖ ਬਣਾ, ਅਸੀਂ ਬਾਕੀ ਜਿਹੜੀ ਭਜਨ ਬੰਦਗੀ ਕਰਕੇ ਤੇਰੇ ਤੱਕ ਪਹੁੰਚ ਸਕੀਏ।
ਇਸ ਲਈ ਕਹਿੰਦੇ ਮਨੁੱਖਾ ਜੀਵਨ ਦਾ ਤਾਂ ਹੀ ਲਾਭ ਹੈ ਜੇ ਕਿਤੇ ਭਜਨ ਬੰਦਗੀ ਕਰੋ। ਇਹ ਮਿਲੇ ਹੀ ਮਨੁੱਖਾ ਜੀਵਨ ਭਜਨ ਬੰਦਗੀ ਲਈ ਹੈ। ਪਰ ਨਾ ਗਿਆਨ ਹੋਣ ਕਰਕੇ ਮਨੁੱਖ ਮਾੜੇ ਕੰਮਾਂ 'ਚ ਸਾਰਾ ਸਮਾਂ ਨਸ਼ਟ ਕਰ ਲੈਂਦਾ ਹੈ। ਜਦੋਂ ਉਹਨੂੰ ਸੋਝੀ ਆਉਂਦੀ ਹੈ ਉਦੋਂ ਲੱਤਾਂ ਬਾਂਹ ਖੜ ਜਾਂਦੀਆਂ ਨੇ। ਬੁੱਢਾ ਹੋ ਗਿਆ ਹੈ, ਕੰਬਣ ਲੱਗੀ ਦੇ, ਫਿਰ ਤੋਂ ਗੱਲ ਹੋ ਜਾਂਦੀ। ਅਸਲ ਸਭ ਤੋਂ ਵਧੀਆ ਕੋਈ ਵੀ ਕੰਮ ਕਰਨ ਦਾ ਸਭ ਤੋਂ ਵਧੀਆ ਜਵਾਨੀ ਹੁੰਦਾ। ਜਵਾਨੀ 'ਚ ਪੂਰੀ ਤਾਕਤ ਹੁੰਦੀ ਹੈ ਬੰਦੇ 'ਚ। ਚੰਗਾ ਕਰ ਲਓ, ਮੰਦਾ ਕਰ ਲਓ। ਨਾ ਬੱਚਾ ਕੋਈ ਬਹੁਤਾ ਕਰ ਸਕਦਾ ਕੰਮ ਅਤੇ ਨਾ ਬੁੱਢਾ ਕਰ ਸਕਦਾ ਹੈ। ਜਵਾਨੀ ਦੇ ਵਿੱਚ ਹੀ ਹੈ। ਜਿਨ੍ਹਾਂ ਨੇ ਵੀ ਭਜਨ ਬੰਦਗੀ ਕੀਤੀ ਜਵਾਨੀ 'ਚ ਲੱਗ ਗਏ ਉਹ, ਕਿਉਂ ਐਨਰਜੀ ਬਹੁਤ ਹੁੰਦੀ ਹੈ। ਤੁਸੀਂ ਘੰਟਿਆਂ ਬੱਧੀ ਬਹਿ ਕੇ ਭਜਨ ਬੰਦਗੀ ਕਰ ਸਕਦੇ ਹੋ। ਬੁਢਾਪੇ 'ਚ ਕਦੇ ਕਿਤੇ ਗਿੱਟੇ ਦੁਖਣ ਲੱਗ ਗਏ, ਕਿਤੇ ਗੋਡਾ ਦੁਖਣ ਲੱਗ ਗਏ, ਕਿਤੇ ਲੱਕ ਦੁਖਣ ਲੱਗ ਗਏ, ਕਿਤੇ ਧੌਣ ਨਹੀਂ ਗੱਲ ਬਣਦੀ। ਬੰਦਾ ਕਈ ਵਾਰ ਸੋਚਦਾ ਵਿਹਲੇ ਹੋ ਕੇ ਭਜਨ ਬੰਦਗੀ ਕਰਾਂਗੇ, ਪਹਿਲਾਂ ਤਾਂ ਵਿਹਲੇ ਹੀ ਨਹੀਂ ਹੁੰਦਾ। ਜਿਵੇਂ ਉਹ ਸੋਚਦੇ ਨਾ ਵਿਹਲੇ ਹੋਣ ਤੋਂ ਪਹਿਲਾਂ ਤਾਂ ਵਿਹਲੇ ਹੀ ਨਹੀਂ ਹੁੰਦਾ। ਅਤੇ ਜਦੋਂ ਨੂੰ ਵਿਹਲਾ ਹੋਏਗਾ ਉਹਨੇ ਜਦੋਂ ਸਰੀਰ ਕੰਡਮ ਹੋ ਜਾਏਗਾ ਫਿਰ ਭਜਨ ਬੰਦਗੀ ਹੋਣੀ ਨਹੀਂ ਹੈ। ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇਤਾ। ਜਿਹੜਾ ਤੂੰ ਕੱਲ੍ਹ ਨੂੰ ਕਰਨਾ ਕਹਿੰਦੇ ਅੱਜ ਕਰ, ਜਿਹੜਾ ਅੱਜ ਕਰਨਾ ਹੁਣੇ ਕਰ, ਹੁਣੇ ਕਰ। ਪਾਛੇ ਕਬੂ ਨਾ ਹੋ, ਫਿਰ ਪਿੱਛੋਂ ਕੁਛ ਨਹੀਂ ਹੋਣਾ, ਪਛਤਾਵਾ ਰਹਿ ਜਾਂਦਾ ਹੈ। ਹਾਲਾਂਕਿ ਬੁੱਧਵਾਰ ਤੋਂ ਸ਼ੁਰੂ ਕਰਾਂਗੇ ਜੀ, ਪਤਾ ਨਹੀਂ ਬੁੱਧ ਆਉਣਾ ਹੈ ਕਿ ਨਹੀਂ, ਮੰਗਲਵਾਰ ਨੂੰ ਭੋਗ ਪੈ ਸਕਦਾ, ਇਹ ਕੀ ਪਤਾ, ਕੀ ਗਰੰਟੀ ਹੈ। ਹਮ ਆਦਮੀ ਹਾਂ ਇੱਕਦਮੀ, ਸਾਹ ਆ ਗਿਆ ਆਦਮੀ ਹਾਂ, ਗਿਆ ਖਤਮ, ਬਸ ਕਾਢੋ ਕਾਢੋ ਹੋਈ। ਕੋਈ ਗਰੰਟੀ ਨਹੀਂ ਹੈ ਕਿ ਅਸੀਂ ਕਿੰਨਾ ਸਮਾਂ ਅਜੇ ਹੋਰ ਜਿਉਣਾ ਹੈ। ਉਂਝ ਹਰ ਬੰਦਾ ਚਾਹੁੰਦਾ ਮੈਂ ਬੁੱਢੇ ਹੋ ਕੇ ਮਰਾਂਗਾ, ਸਾਡੇ ਸਾਹਮਣੇ ਬੱਚੇ ਮਰ ਰਹੇ ਨੇ, ਜਵਾਨ ਮਰ ਰਹੇ ਨੇ, ਸਾਡੀ ਕੀ ਗਰੰਟੀ ਹੈ। ਅੱਜ ਮੈਂ ਹਾਸਦਿਆਂ ਦਾ ਹੁਕਮਨਾਮਾ ਲਿਆ, ਮੈਂ ਜਿਵੇਂ 24 ਘੰਟੇ ਜਿਉਂਦਾ ਰਹਾਂ, ਕਹਿੰਦੇ ਨਹੀਂ ਤੂੰ 24 ਘੰਟੇ ਨਹੀਂ ਜਿਉ ਸਕਦਾ, ਇਸ ਲਈ ਕਿਹਾ ਪਤਾ ਕਦੋਂ ਤੁਰ ਜਾਣਾ ਤੂੰ, ਕੋਈ ਪਤਾ ਨਹੀਂ ਕਿਸ ਵੇਲੇ ਸੁਨੇਹਾ, ਚਲੋ ਜੀ ਜੈਮਲ ਸਿੰਘ ਜੀ ਆ ਗਏ, ਤੁਰਦੇ ਬਣੋ। ਇਸ ਲਈ ਜਿੰਨਾ ਸਮਾਂ ਵੀ ਮਿਲੇ ਆਪਣਾ ਭਜਨ ਬੰਦਗੀ ਕਰਨਾ ਹੈ। ਕਹਿ ਕਮੀਰ ਅਬ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਕਬੀਰ ਸਾਹਿਬ ਕਹਿੰਦੇ ਵੀ ਇਹ ਗੱਲ ਕਿਹਨੂੰ ਕਹੀ ਹੈ, ਜਿਹੜੀ ਸਤ ਸੰਗਤ ਹੈ ਇਹੀ ਅਸਲ ਬੈਕੁੰਠ ਹੈ। ਜਿੱਥੇ ਹਿੰਦੂ ਵੀਰ ਬੈਕੁੰਠ ਉਸ ਸਥਾਨ ਨੂੰ ਕਹਿੰਦੇ ਨੇ ਜਿੱਥੇ ਵਿਸ਼ਨੂੰ ਮਹਾਰਾਜ ਦੇਵਤਿਆਂ ਸਮੇਤ ਰਹਿੰਦੇ ਨੇ, ਜਿਹੜੀ ਦੇਵ ਨਗਰੀ ਹੈ ਉਹਨੂੰ ਕਹਿੰਦੇ ਨੇ ਬੈਕੁੰਠ ਧਾਮ। ਵਿਸ਼ਨੂੰ ਮਹਾਰਾਜ ਜਿਹੜੇ ਨੇ ਉਹ ਮੁਖੀ ਨੇ ਉਸ ਸਥਾਨ ਨੂੰ। ਸੋ ਕਹਿੰਦੇ ਸਤ ਸੰਗਤ ਜਿਹੜੀ ਸਿੱਖ ਧਰਮ ਕਹਿੰਦਾ ਜਿਹੜੀ ਸਤ ਸੰਗਤ ਹੈ ਇਹ ਤਾਂ ਜਿਹੜਾ ਹੈ ਪਰਮਾਤਮਾ ਕਿੱਥੇ ਰਹਿੰਦਾ ਹੈ, ਹਾਂ ਸੱਚਖੰਡ। ਸਤ ਸੰਗਤ ਸੱਚਖੰਡ ਹੈ। ਜਿਵੇਂ ਕਿ ਸੱਚਖੰਡ ਵਸੈ ਨਿਰੰਕਾਰ, ਇਸ ਤਰ੍ਹਾਂ ਬਣ ਗਏ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਸਤ ਸੰਗਤ ਦੇ ਵਿੱਚ ਵਸਦਾ ਹੈ, ਇਸ ਲਈ ਇਹੀ ਬੈਕੁੰਠ ਹੈ ਸਿੱਖ ਲਈ। ਸਾਡੇ ਜਿਹੜੀ ਸਤ ਸੰਗਤ ਹੈ ਨਾ ਇਹੀ ਬੈਕੁੰਠ ਧਾਮ ਹੈ। ਅੱਗੇ ਕਹਿੰਦੇ ਜੋ ਦਿਲ ਮੈਂ ਕਪਟ ਨਿਵਾਸ ਗੁਜ਼ਾਰੋ, ਕਿਆ ਹਜ ਕਾਬੈ ਜਾਇਆ। ਕਹਿੰਦੇ ਤੁਹਾਡੇ ਦਿਲ 'ਚ ਤਾਂ ਕਪਟ ਹੈ, ਫਿਰ ਤੁਸੀਂ ਦਿਲ ਦੇ ਕਪਟੀ ਹੋ, ਉਂਝ ਨਮਾਜ਼ ਪੜ੍ਹਦੇ ਹੋ। ਹੁਣ ਸਾਡੇ ਅੰਦਰ ਕਪਟ ਹੋਵੇ ਅਤੇ ਅਸੀਂ ਨਿਤਨੇਮ ਵੀ ਕਰਦੇ ਫਿਰ ਕਬੀਰ ਸਾਹਿਬ ਨੂੰ ਨਹੀਂ ਚੰਗਾ ਲੱਗਣਾ, ਉਹਨੇ ਸਾਡੀ ਲਾਪਾ ਕਰਦੇ ਨੇ ਵੀ ਪਹਿਲਾਂ ਬੁਰਾਈਆਂ ਛੱਡ, ਬੁਰਾਈਆਂ ਛੱਡ ਫਿਰ ਭਜਨ ਬੰਦਗੀ ਕਰ। ਕਹਿ ਤੁਹਾਡੇ ਅੰਦਰ ਕਪਟ ਹੈ, ਉਂਝ ਤੁਸੀਂ ਨਮਾਜ਼ ਪੜ੍ਹਦੇ ਹੋ। ਕਿਆ ਹਜ ਕਾਬਾ ਜਾਇਆ। ਕਾਬਾ ਜਿਹੜਾ ਹੈ ਮੁਸਲਮਾਨਾਂ ਦਾ ਪਵਿੱਤਰ ਸਥਾਨ ਹੈ। ਹਜ ਹੁੰਦਾ ਉਸ ਸਥਾਨ ਦੀ ਯਾਤਰਾ ਕਰਨਾ, ਜਿਵੇਂ ਤੀਰਥ ਯਾਤਰਾ ਹੁੰਦੀ ਹੈ। ਆਪਾਂ ਵੀ ਗੁਰੂਆਂ ਦੇ ਸਥਾਨਾਂ 'ਤੇ ਜਾਂਦੇ ਹਾਂ, ਉਹ ਹਜ ਹੈ। ਕਹਿੰਦੇ ਕਾਬੇ ਜਾ ਕੇ ਹਜ ਕਰਨ ਦਾ ਕੀ ਫਾਇਦਾ, ਤੁਹਾਡਾ ਮਨ ਤਾਂ ਸਾਫ਼ ਨਹੀਂ ਹੈ, ਤੁਸੀਂ ਮਨ ਦੇ ਕਪਟੀ ਹੋ। ਉਂਝ ਨਮਾਜ਼ ਪੜ੍ਹਦੇ ਹੋ, ਉਂਝ ਕਾਬੇ ਜਾਂਦੇ ਹੋ। ਇਹ ਜਿਹੜੀ ਮਹਾਂਪੁਰਖਾਂ ਦੀ ਬਾਣੀ ਦੀ ਕਿਸੇ ਇੱਕ ਕੌਮ ਲਈ ਨਹੀਂ ਹੁੰਦੀ। ਕਿਤੇ ਕਹੋ ਜੀ ਹਾਂ ਜੀ ਮੁਸਲਮਾਨਾਂ ਨੂੰ ਹੀ ਕਿਹਾ ਹੋਇਆ, ਨਹੀਂ, ਸਾਡੇ ਲਈ ਉਹ ਲਾਗੂ ਹੁੰਦਾ। ਗੁਰਬਾਣੀ ਸਰਬ ਸਾਂਝੀ ਹੈ, ਇਹਦੀ ਸਿੱਖਿਆ ਸਭ 'ਤੇ ਲਾਗੂ ਹੁੰਦੀ ਹੈ। ਭਾਵੇਂ ਸੰਬੋਧਨ ਹਿੰਦੂ ਨੂੰ ਕਰਨ, ਸਿੱਖ ਨੂੰ ਕਰਨ, ਮੁਸਲਮਾਨ ਨੂੰ ਕਰਨ, ਹੁੰਦੀ ਸਭ ਲਈ ਸਾਂਝੀ ਉਹ।
ਗੁਰੂ ਦੀ ਸਿੱਖਿਆ ਸਭ ਲਈ ਸਾਂਝੀ ਹੁੰਦੀ ਹੈ। ਇਸ ਲਈ ਅਸੀਂ ਬੁਰਾਈਆਂ ਛੱਡ ਕੇ ਭਜਨ ਬੰਦਗੀ ਕਰਨੀ ਹੈ। ਬੁਰਾਈਆਂ ਸਮੇਤ ਭਜਨ ਬੰਦਗੀ ਨੂੰ ਫਲ ਨਹੀਂ ਲੱਗਣਾ ਹੈਗਾ। ਜੇ ਫਲ ਹੀ ਨਾ ਲੱਗਾ ਫਿਰ ਗੱਲ ਤਾਂ ਬਣੀ ਕੋਈ ਨਹੀਂ। ਹਰ ਬੰਦਾ ਭਜਨ ਬੰਦਗੀ, ਹਰ ਬੰਦਾ ਮਿਹਨਤ ਫਲ ਲਈ ਕਰਦਾ ਹੈ। ਬੱਚਾ ਦਿਨ ਰਾਤ ਪੜ੍ਹਦਾ ਰਹਿੰਦਾ, ਕਾਹਦੇ ਲਈ? ਪਾਸ ਹੋਣ ਲਈ। ਅਤੇ ਜੇ ਪਾਸ ਹੀ ਨਾ ਹੋਵੇ ਫਿਰ ਐਵੇਂ ਗਈ ਨਾ 10-11 ਮਹੀਨੇ ਦੀ ਮਿਹਨਤ ਹੈ। ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਜਨ ਬੰਦਗੀ ਨੂੰ ਫਲ ਲੱਗੇ ਤਾਂ ਸਾਨੂੰ ਬੁਰਾਈਆਂ ਤਿਆਗਣੀਆਂ ਪੈਣਗੀਆਂ। ਕੀ ਬੁਰਾ ਹੈ ਸਾਰਿਆਂ ਨੂੰ ਗਿਆਨ ਹੋ ਗਿਆ ਹੁਣ ਤੱਕ, ਬਾਣੀ ਸੁਣ ਸਾਨੂੰ ਸਭ ਨੂੰ ਗਿਆਨ ਹੋ। ਵੈਸੇ ਤਾਂ ਗੁਰਬਾਣੀ ਜਾਣਤ ਹੀ ਔਗਣ ਕਰੇ। ਬੰਦਾ ਜਾਣਦਾ ਵੀ ਮੈਂ ਇਹ ਕੰਮ ਗਲਤ ਹੈ, ਇਹ ਕਰਨ ਲੱਗਾ, ਪਰ ਫਿਰ ਕਰਦਾ ਹੈ, ਫਿਰ ਕਰਦਾ ਹੈ। ਸੋ ਅਸੀਂ ਜਾਣ ਬੁੱਝ ਕੇ ਨਹੀਂ ਕਰਨਾ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਜਦੋਂ ਗਿਆਨ ਹੋ ਜਾਏ ਫਿਰ ਅਰਦਾਸਾਂ ਵੀ ਨਾਲ ਕੇ ਸੱਚੇ ਪਾਤਸ਼ਾਹ ਬਈ ਸਾਡੇ ਸੰਸਕਾਰ ਨਾ ਪਿਛਲੇ ਜਨਮਾਂ ਦੇ ਬੜੇ ਤਗੜੇ ਨੇ। ਇਹ ਬੁਰਾਈਆਂ ਨੂੰ ਛੱਡਣਾ ਕਈ ਵਾਰੀ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਕਈ ਵਾਰੀ ਮੈਂ ਦੇਖਿਆ ਪਤਾ ਤਾਂ ਲੱਗ ਗਿਆ ਕੰਮ ਠੀਕ ਨਹੀਂ ਹੈ, ਪਰ ਮਗਰਲੇ ਉਹ ਕੰਮ ਕਰ ਕਰ ਸੰਸਕਾਰ ਇੰਨੇ ਤਗੜੇ ਹੁੰਦੇ ਨੇ, ਉਹ ਲੀਕ ਇੰਨੀ ਜ਼ਬਰਦਸਤ ਹੋ ਜਾਂਦੀ ਹੈ ਕਿ ਉਸ ਲੀਕ ਨੂੰ ਮਿਟਾਉਣਾ ਛੇਤੀ ਛੇਤੀ ਸੌਖਾ ਕੰਮ ਨਹੀਂ ਹੈ। ਉੱਥੇ ਫਿਰ ਗੁਰੂ ਦੀ ਸਹਾਇਤਾ ਲੈਣੀ ਚਾਹੀਦੀ ਵੀ ਸੱਚੇ ਪਾਤਸ਼ਾਹ ਮੈਂ ਕੋਸ਼ਿਸ਼ ਕਰਦਾ। ਜੇ ਮੈਂ ਤੁਹਾਨੂੰ ਇੱਕ ਵਾਰੀ ਕਿਹਾ ਸੀ ਕਿ ਇੱਕ ਪਰਿਵਾਰ ਸੰਤ ਈਸ਼ਰ ਸਿੰਘ ਜੀ ਮਾਰਕ ਹੋਏ, ਆਪਣਾ ਲੜਕਾ ਲੈ ਕੇ ਚਲੇ ਗਏ। ਇਹ ਜੀ ਸ਼ਰਾਬ ਪੀਂਦਾ ਜੀ, ਕੰਮ ਕੋਈ ਨਹੀਂ ਕਰਦਾ ਹੈ। ਉਹਨਾਂ ਸਹਿਜ ਸੁਭਾਅ ਕਹਿੰਦੇ ਕਾਕਾ ਸ਼ਰਾਬ ਪੀਣੀ ਬੰਦ ਕਰ ਦੇ, ਅਗਲੀ ਪੂਰਨਮਾਸ਼ੀ ਨੂੰ ਅੰਮ੍ਰਿਤ ਛਕ ਲੈ। ਉਹਨੇ ਨਹੀਂ ਛੱਡੀ, ਉਹਨੂੰ ਫਿਰ ਲੈ ਅਗਲੀ ਪੂਰਨਮਾਸ਼ੀ ਨੂੰ। ਜੇ ਇਹਨੇ ਛੱਡੀ ਨਹੀਂ ਹੈ, ਕਹਿੰਦੇ ਕਾਕਾ ਅਸੀਂ ਤੈਨੂੰ ਕਿਹਾ ਸੀ ਸ਼ਰਾਬ ਛੱਡ ਦੇ। ਕਹਿੰਦੇ ਮਹਾਰਾਜ ਜੀ ਮੈਂ ਪੱਕਾ ਫੈਸਲਾ ਕਰ ਲਿਆ ਸੀ ਵੀ ਮੈਂ ਸ਼ਰਾਬ ਛੱਡ ਦੇਣੀ, ਪਰ ਜਿਉਂ ਹੀ ਸ਼ਾਮ ਦੇ 5 ਵਜਦੇ ਨੇ ਮੇਰੇ ਪੈਰ ਧੱਕੇ ਨਾਲ ਠੇਕੇ ਵੱਲ ਨੂੰ ਤੁਰ ਪੈਂਦੇ ਨੇ। ਪਰ ਹੈ ਵੀ ਠੀਕ, ਇਹ ਠੀਕ ਹੈ। ਮਹਾਂਪੁਰਖ ਜਾਣੀ ਜਾਣ ਦੇਖੇ ਬੱਚਾ ਕਹਿ ਤੇ ਠੀਕ ਰਿਹਾ। ਕਹਿੰਦੇ ਇੱਥੇ ਬੈਠ ਮੇਰੇ ਕੇ ਚੌਂਕੜੀ ਮਾਰ ਕੇ, ਚੌਂਕੜੀ ਮਰਵਾ ਕੇ ਬਿਠਾ ਲਿਆ। ਉਹਨਾਂ ਨੇ ਸੱਜਾ ਹੱਥ ਲਿਆ, ਪਹਿਲਾਂ ਧਰਤੀ 'ਤੇ ਲਾਇਆ ਮਹਾਂਪੁਰਖਾਂ ਨੇ, ਉਹਦੇ ਮੱਥੇ 'ਤੇ ਇਹ ਇਸ ਤਰ੍ਹਾਂ ਫੇਰਤਾ। ਕਹਿੰਦੇ ਜਾ ਅਸੀਂ ਤੇਰੇ ਪਿਛਲੇ ਜਨਮ ਦੀ ਲਕੀਰ ਬਟਾਤੀ ਹੈ, ਹੁਣ ਤੂੰ ਅੰਮ੍ਰਿਤ ਛਕ ਲੈ। ਫਿਰ ਉਹਨੇ ਬੰਦ ਕਰ, ਮੁੜ ਕੇ ਨਹੀਂ ਪੀਤੇ, ਮੁੜ ਕੇ ਨਹੀਂ ਪੀਤੇ। ਕਈ ਵਾਰੀ ਐਸੇ ਤਗੜੇ ਸੰਸਕਾਰ ਹੁੰਦੇ ਨੇ ਵੀ ਸਾਡੇ ਵੱਸ ਹੀ ਨਹੀਂ ਰੋਗ ਰਹਿੰਦਾ ਹੈ। ਸਾਨੂੰ ਉਹ ਸੰਸਕਾਰ ਮੁੜ ਮੁੜ ਕੇ ਬੁਰਾਈਆਂ ਵੱਲ ਨੂੰ ਲੈ ਜਾਂਦਾ ਹੈ। ਉਦੋਂ ਫਿਰ ਗੁਰੂ ਮਹਾਰਾਜ ਕਿਰਪਾ ਕਰਕੇ ਔਰ ਸਾਡੀ ਰੇਖਾ ਮਿਟਾ ਸਕਦੇ ਹੋ। ਉਦੋਂ ਫਿਰ ਓਟ ਆਸਰਾ ਲੈਣਾ ਚਾਹੀਦਾ ਗੁਰੂ ਮਹਾਰਾਜ ਦਾ, ਕਿਉਂਕਿ ਸਾਰੀਆਂ ਬੁਰਾਈਆਂ ਨੂੰ ਤਿਆਗਣਾ ਹਰ ਇੱਕ ਬੰਦੇ ਦੇ ਵਾਸਤੇ ਨਹੀਂ ਹੈਗਾ। ਜਿਹੜੀ ਤਾਂ ਛੋਟੀ ਮੋਟੀ ਇਸੇ ਜਨਮ ਦੀ ਉਹ ਤਿਆਗਣੀ ਸੌਖੀ ਹੈ। ਇਸ ਜਨਮ ਵਿੱਚ ਕਿਸੇ ਨੇ ਇੱਕ ਅੱਧੀ ਵਾਰੀ ਚੋਰੀ ਕੀਤੀ, ਮਾਫੀ ਮੰਗ ਲਈ, ਮੁੜ ਕੇ ਛੱਡਤੀ, ਉਹ ਕੋਈ ਨਹੀਂ ਔਖਾ ਹੈ। ਇੱਕ ਦੋ ਵਾਰੀ ਸ਼ਰਾਬ ਪੀਤੀ, ਛੱਡ ਦੇਗਾ। ਹੁਣ ਜਿਹੜਾ ਪਿਛਲੇ ਸਾਰੇ ਜਨਮ ਸ਼ਰਾਬ ਪੀਂਦਾ ਰਿਹਾ, ਉਹਨੂੰ ਛੱਡਣੀ ਬੜੀ ਔਖੀ ਹੈ। ਪਿਛਲੇ ਸਾਰੇ ਜਨਮ ਚੋਰੀ ਕਰਦੇ ਰਹੇ, ਉਹਨੂੰ ਚੋਰੀ ਛੱਡਣੀ ਬੜੀ ਔਖੀ ਹੁੰਦੀ ਹੈ। ਉਹਨੂੰ ਫਿਰ ਗੁਰੂ ਦੀ ਸਹਾਇਤਾ ਲੈਣੀ ਪੈਂਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਇਸ ਤਰ੍ਹਾਂ ਸਾਨੂੰ ਕਬੀਰ ਸਾਹਿਬ ਸਮਝਾਉਂਦੇ ਰਹੇ। ਬਾਕੀ ਬਾਣੀ ਤਾਂ ਉਹਨਾਂ ਦੀ ਬਹੁਤ ਹੈ, ਸਮਾਂ ਹੋ ਗਿਆ ਹੈ। ਕੱਲ੍ਹ ਨੂੰ ਆਪਾਂ 6ਵੇਂ ਪਾਤਸ਼ਾਹ ਦਾ ਆਪਾਂ ਦਿਨ ਮਨਾਇਆ ਸੀ ਨਾ, ਉਹਨਾਂ ਦੇ ਜੀਵਨ ਬਾਰੇ ਵਿਚਾਰ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।